हाँ जी, मैं ਸੁਖਵਿੰਦਰ ਸਿੰਘ ਫਿਟ ਇੰਸਟ੍ਰਕਟਰ ਗਵਰਨਮੈਂਟ ਆਈਟੀ ਬਰਨਾਲਾ। ਅੱਜ ਤੁਹਾਡੇ ਲਈ ਲੇਥ ਮਸ਼ੀਨ ਦੇ ਉੱਪਰ ਇੱਕ ਵੀਡੀਓ ਲੈ ਕੇ ਆਏ ਹਾਂ। ਪਾਰਟ 1 ਇਸ ਲਈ ਰੱਖਿਆ ਕਿਉਂਕਿ ਇਹ 'ਚ ਆਪਾਂ ਸਾਰੀ ਵੀਡੀਓ ਬਹੁਤ ਵੱਡੀ ਹੁੰਦੀ ਹੈ, ਕਵਰ ਨਹੀਂ ਹੁੰਦਾ। ਆ ਥੋੜ੍ਹਾ ਥੋੜ੍ਹਾ 2-3 ਪਾਰਟ ਦੇ ਵਿੱਚ ਆਪਾਂ ਜਿਹੜਾ ਲੇਥ ਵਾਲਾ ਆਪਣਾ ਚੈਪਟਰ ਆ ਉਹਨੂੰ ਕਵਰ ਕਰਾਂਗੇ। ਤੋਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਲੇਥ ਮਸ਼ੀਨ ਹੁੰਦੀ ਕੀ ਆ। ਲੇਥ ਮਸ਼ੀਨ ਇੱਕ ਅਜਿਹਾ ਸਾਧਨ ਹੈ ਜਿਸ ਦੇ ਨਾਲ ਜੌਬ ਉੱਤੇ ਪਲੇਨ ਟਰਨਿੰਗ ਮਤਲਬ ਆਪਾਂ ਇੱਕ ਰਾਊਂਡ ਪੀਸ ਹੈਗਾ, ਰੌਡ ਆ ਗਈ ਲੋਹੇ ਦੀ ਸੋਲਿਡ, ਜਿਹਦਾ ਆਪਾਂ ਡਾਇਆ ਘਟਾਉਣਾ, ਉਹਨੂੰ ਕਹਿੰਦੇ ਟਰਨਿੰਗ। ਆਪਾਂ ਰੌਡ ਦਾ ਡਾਇਆ ਘਟਾਉਣਾ ਗਾ ਤਾਂ ਉਹ ਡਾਇਆ ਘਟਾਉਣ ਨੂੰ ਕੀ ਕਹਿੰਦੇ ਨੇ, ਪਲੇਨ ਟਰਨਿੰਗ। ਨੰਬਰ 2 ਤੇ ਟੇਪਰ ਟਰਨਿੰਗ ਕੀ ਹੁੰਦੀ ਆ, ਇੱਕ ਸਾਈਡ ਦਾ ਡਾਇਆ ਵੱਡਾ, ਦੂਜੀ ਸਾਈਡ ਦਾ ਡਾਇਆ ਛੋਟਾ। ਮਤਲਬ ਇੱਕ ਸਾਈਡ ਤੋਂ 25 mm ਦੀ ਰੌਡ ਆ, ਇੱਕ ਸਾਈਡ ਤੋਂ ਆਪਾਂ ਡਾਇਆ ਘਟਾ ਕੇ 20 mm ਕਰਤਾ, ਮਤਲਬ ਉਹਦੀ 1 ਫੀਟ ਲੈਂਥ ਆ, ਤੇ ਦੂਜੇ ਪਾਸੇ ਉਹਦਾ ਆਪਾਂ ਡਾਇਆ 10 mm ਕਰਤਾ ਤਾਂ ਉਹ ਟੇਪਰ ਬਣ ਗਿਆ, ਉਹਨੂੰ ਕਹਿੰਦੇ ਨੇ ਟੇਪਰ ਟਰਨਿੰਗ। ਫਿਰ ਹੈ ਕਿ ਸਟੈਪ ਟਰਨਿੰਗ, ਮਤਲਬ ਇਹਦੇ ਅਲੱਗ-ਅਲੱਗ ਸਟੈਪ ਦੇ ਵਿੱਚ ਅਲੱਗ-ਅਲੱਗ ਡਾਇਆ ਹੋਣਗੇ। ਜਿਵੇਂ ਆਪਾਂ 1 ਫੁੱਟ ਦੀ ਲੈਂਥ ਆ ਪੀਸ ਦੀ, ਤਾਂ ਪਹਿਲੇ 3 ਸੈਂਟੀਮੀਟਰ ਦਾ ਡਾਇਆ ਹੈਗਾ, ਮੰਨ ਲਓ 20 mm, ਅਗਲੇ 3 ਸੈਂਟੀਮੀਟਰ ਦਾ 15 mm, ਅਗਲੇ 3 ਸੈਂਟੀਮੀਟਰ ਦਾ 10 mm। ਤਾਂ ਉਹ 3 ਸਟੈਪ ਬਣ ਗਏ ਅਲੱਗ-ਅਲੱਗ ਡਾਏ ਦੇ, 10, 15 ਤੇ 20 mm ਦੇ। ਤਾਂ ਉਹ ਹੋ ਗਈ ਸਟੈਪ ਟਰਨਿੰਗ। ਉਸ ਤਰ੍ਹਾਂ ਡਰਿਲਿੰਗ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਹੋਲ ਕਰਨਾ। ਬੋਰਿੰਗ, ਜਿਹੜੀ ਡਰਿਲ ਪਹਿਲਾਂ ਹੋਈ ਹੋਈ ਹੈ ਉਹਦਾ ਸਾਈਜ਼ ਵੱਡਾ ਕਰਨਾ, ਉਹਨੂੰ ਬੋਰਿੰਗ ਕਹਿੰਦੇ ਆ। ਰੀਮਿੰਗ, ਆਲਰੇਡੀ ਜਿਹੜੀ ਹੋਲ ਹੋਈ ਹੋਈ ਹੈ ਉਹਦੀ ਫਿਨਿਸ਼ਿੰਗ ਕਰਨੀ, ਬਹੁਤ ਹੀ ਘੱਟ ਮਟੀਰੀਅਲ ਰਿਮੂਵ ਕਰਕੇ ਉਹਦੀ ਹੋਲ ਦੀ ਫਿਨਿਸ਼ਿੰਗ ਕਰਨ ਨੂੰ ਰੀਮਿੰਗ ਕਹਿੰਦੇ ਨੇ। ਨਰਨਿੰਗ, ਜਿਵੇਂ ਤੁਸੀਂ ਪ੍ਰਿਕ ਪੰਚ ਵਗੈਰਾ ਦੇਖੇ ਨੇ, ਉਹਦੇ ਉੱਪਰ ਇੱਕ ਨਰਲਿੰਗ ਜੀ ਬਣੀ ਹੁੰਦੀ ਹੈ, ਜਿਵੇਂ ਫਾਈਲ ਦੇ ਉੱਪਰ ਟੀਥ ਹੁੰਦੇ ਨੇ, ਤਾਂ ਤੁਹਾਡਾ ਫੜਨ ਨੂੰ ਗ੍ਰਿਪ ਬਣ ਸਕੇ, ਉਹਨੂੰ ਨਰਲਿੰਗ ਕਹਿੰਦੇ ਆ। ਉਹ ਇਸ ਤਰ੍ਹਾਂ ਇਸ ਲਈ ਕੀਤੀ ਜਾਂਦੀ ਹੈ ਤਾਂ ਜੋ ਤੁਹਾਡਾ ਮਟੀਰੀਅਲ ਦੇ ਫੜਨ ਨੂੰ ਗ੍ਰਿਪ ਬਣ ਸਕੇ, ਠੀਕ ਹੈ। ਕਿ ਆਮ ਤੌਰ 'ਤੇ ਹੈਂਡਲਾਂ ਦੇ ਉੱਪਰ ਨਰਲਿੰਗ ਕੀਤੀ ਹੁੰਦੀ ਹੈ। ਥਰੈਡਿੰਗ, ਚੂੜੀਆਂ ਪਾਉਣੀਆਂ। ਗ੍ਰਾਈਂਡਿੰਗ, ਲੈਪਿੰਗ ਹੁੰਦੀ ਹੈ, ਜਿਸ ਤਰ੍ਹਾਂ 2 ਪੀਸ ਨੇ ਉਹਨੂੰ ਆਪਸ ਵਿੱਚ ਲੈਪਿੰਗ ਕੰਪਾਊਂਡ ਲਾ ਕੇ ਘਸਾਇਆ ਜਾਂਦਾ ਤੇ ਉਹਦੀ ਫਿਨਿਸ਼ਿੰਗ ਹੋ ਜਾਂਦੀ ਹੈ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਘਰਾਂ ਵਿੱਚ ਰਗੜਾਈ ਕਰਦੇ ਨੇ ਫਰਸ਼ ਦੀ, ਉਹ ਵੀ ਇੱਕ ਲੈਪਿੰਗ ਪ੍ਰੋਸੈਸ ਹੈਗਾ, ਠੀਕ ਹੈ। 2 ਪੱਥਰ ਦੂਜੇ ਪੱਥਰ ਉੱਪਰ ਘਸਦਾ ਗਾ, ਜਿਹਦੇ ਕਰਕੇ ਉਹ ਫਿਨਿਸ਼ਿੰਗ ਆ ਜਾਂਦੀ ਹੈ। ਇਹ ਜਿਹੜੇ ਪ੍ਰੋਸੈਸ ਨੇ ਇਹ ਲੇਥ ਮਸ਼ੀਨ ਦੇ ਉੱਪਰ ਕੀਤੇ ਜਾਂਦੇ ਨੇ। ਹੁਣ ਇਹਦੀ ਵਰਕਿੰਗ ਕੀ ਹੁੰਦੀ ਹੈ, ਲੇਥ ਮਸ਼ੀਨ ਕਿਵੇਂ ਕਰਦੀ ਹੈ। ਖਾਰਦਾਨਾ ਇੱਕ ਅਜਿਹੀ ਮਸ਼ੀਨੀ ਪ੍ਰਕਿਰਿਆ ਹੈ ਜਿਸ ਵਿੱਚ ਜੌਬ ਘੁੰਮਦੀ ਹੋਈ ਟੂਲ ਨਾਲ ਟਕਰਾ ਕੇ ਬੇਲਣਾਕਾਰ ਮਾਪ ਵਿੱਚ ਬਦਲ ਜਾਂਦੀ ਹੈ। ਜਿਸ ਮਸ਼ੀਨ ਉੱਤੇ ਖਾਰਦਾਨ ਦੀ ਕਿਰਿਆ ਕੀਤੀ ਜਾਂਦੀ ਹੈ ਉਸ ਨੂੰ ਖਰਾਦ ਮਸ਼ੀਨ ਜਾਂ ਲੇਥ ਮਸ਼ੀਨ ਕਿਹਾ ਜਾਂਦਾ ਹੈ। ਇਸ ਵਿੱਚ ਮਤਲਬ ਜੌਬ ਕੀ ਹੁੰਦੀ ਆ, ਇਹ ਪੂਰੀ ਇੱਕ ਲੇਥ ਮਸ਼ੀਨ ਆ। ਤਾਂ ਤੁਹਾਨੂੰ ਸਾਰਿਆਂ ਨੇ ਵਰਕਸ਼ਾਪ ਦੇ ਵਿੱਚ ਪਈ ਦੇਖੀ ਹੋਣੀ ਆ, ਠੀਕ ਹੈ। ਇਹ ਵਾਲਾ ਚੱਕ ਹੁੰਦਾ, ਚੱਕ ਦੇ ਵਿੱਚ ਜਿਹੜੀ ਜੌਬ ਆ ਉਹ ਫੜੀ ਜਾਂਦੀ ਹੈ ਇੱਥੇ, ਠੀਕ ਹੈ। ਤੇ ਇੱਥੇ ਟੂਲ ਕੱਸਿਆ ਜਾਂਦਾ ਟੂਲ ਪੋਸਟ ਦੇ ਉੱਪਰ, ਠੀਕ ਹੈ। ਤੇ ਜੌਬ ਇਹ ਚੱਕ ਘੁੰਮਦਾ ਗਾ ਤਾਂ ਟੂਲ ਦੀ ਜਿਹੜੀ ਮੂਵਮੈਂਟ ਹੁੰਦੀ ਆ ਉਹਦੇ ਨਾਲ ਜਿਹੜੀ ਜੌਬ ਆ ਤੁਹਾਡੀ ਉਹ ਡਾਇਆਮੀਟਰ ਘਟ ਕੇ ਬੇਲਨਾਕਾਰ ਰੂਪ 'ਚ ਬਦਲ ਜਾਂਦੀ ਹੈ। ਤਾਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ, ਤੁਸੀਂ ਫੇਸਿੰਗ, ਟਰਨਿੰਗ, ਸਟੈਪ ਟਰਨਿੰਗ, ਡਰਿਲਿੰਗ ਵਗੈਰਾ 'ਤੇ ਕਰ ਸਕਦੇ ਹੋ। ਇੱਕ ਗੱਲ ਦਾ ਧਿਆਨ ਰੱਖਣਾ, ਜੇਕਰ ਡਰਿਲਿੰਗ ਕਰਨੀ ਆ ਜਾਂ ਰੀਮਿੰਗ ਕਰਨੀ ਆ ਜਾਂ ਥਰੈਡਿੰਗ ਕਰਨੀ ਆ ਤਾਂ ਤੁਹਾਡੀ ਜਿਹੜਾ ਰੀਮਿੰਗ ਟੂਲ ਹੈ ਜਾਂ ਡਰਿਲ ਬਿੱਟ ਹੈ ਉਹ ਚੱਕ ਦੇ ਵਿੱਚ ਨਹੀਂ ਫੜੀ ਜਾਣੀ, ਚੱਕ 'ਚ ਜੌਬ ਹੀ ਫੜੀ ਜਾਣੀ ਆ। ਉਹ ਇੱਧਰ ਜਿਹੜਾ ਟੇਲ ਸਟਾਕ ਬਣਿਆ ਹੋਇਆ ਆਹ ਇਹਦਾ ਪਾਰਟ ਆ ਜਿੱਥੇ ਕੱਸਿਆ ਨੇ, ਇਸ ਦੇ ਵਿੱਚ ਜਿਹੜਾ ਹੈਗਾ ਉਹ ਤੁਸੀਂ ਡਰਿਲ ਬਿੱਟ ਜਾਂ ਰੀਮਰ ਉਹ ਤੁਸੀਂ ਇਸ ਦੇ ਵਿੱਚ ਕੱਸਣਾ। ਮਤਲਬ ਇਸ ਦੇ ਵਿੱਚ ਜਿਹੜਾ ਜੌਬ ਆ ਉਹ ਘੁੰਮਦੀ ਰਹੂਗੀ, ਬਟ ਜਿਹੜਾ ਡਰਿਲ ਹੈ ਜਾਂ ਰੀਮਰ ਹੈ ਜਾਂ ਬੋਰਿੰਗ ਟੂਲ ਹੈ ਉਹ ਤੁਹਾਡਾ ਸਟੇਬਲ ਰਹੂਗਾ, ਸਥਿਰ ਰਹੂਗਾ, ਉਹ ਨਹੀਂ ਘੁੰਮੂਗਾ। ਆਮ ਤੌਰ 'ਤੇ ਜੇ ਆਪਾਂ ਡਰਿਲਿੰਗ ਮਸ਼ੀਨ ਵਰਤਦੇ ਹਾਂ, ਡਰਿਲਿੰਗ ਮਸ਼ੀਨ 'ਚ ਡਰਿਲ ਆ ਉਹ ਘੁੰਮਦਾ, ਜੌਬ ਫਿਕਸ ਰਹਿੰਦੀ ਹੈ। ਬਟ ਅਗਰ ਲੇਥ ਦੇ ਉੱਪਰ ਤੁਸੀਂ ਡਰਿਲਿੰਗ ਕਰਨੀ ਆ ਤਾਂ ਤੁਹਾਡੀ ਜੌਬ ਘੁੰਮੂਗੀ ਚੱਕ ਦੇ ਵਿੱਚ, ਬਟ ਜਿਹੜਾ ਟੂਲ ਆ ਤੁਹਾਡਾ ਉਹ ਸਥਿਰ ਰਹੂਗਾ, ਫਿਕਸ ਰਹੂਗਾ, ਉਹ ਨਹੀਂ ਘੁੰਮੂਗਾ। ਇਹ ਤੁਹਾਡੀ ਲੇਥ ਮਸ਼ੀਨ ਹੈ ਇੱਕ। ਇਹ ਸਾਰਾ ਲੇਥ ਦਾ ਬੈੱਡ ਆ ਜਿਹਦੇ ਬਾਰੇ ਆਪਾਂ ਅੱਗੇ ਡਿਸਕਸ ਕਰਾਂਗੇ ਪਾਰਟ ਵਿੱਚ। ਥੋੜ੍ਹੀ ਜਾਣਕਾਰੀ ਲਈ ਦੱਸ ਦੇਣਾ, ਤੁਸੀਂ ਇੱਥੇ ਖੜੇ ਹੋ ਬਿਲਕੁਲ ਸੈਂਟਰ 'ਚ, ਤਾਂ ਤੁਹਾਡੇ ਸਾਹਮਣੇ ਕੈਰੇਜ ਹੁੰਦਾ, ਇਹਨੂੰ ਸਾਰਿਆਂ ਨੂੰ ਕੈਰੇਜ ਕਹਿੰਦੇ ਆ। ਇਹ ਵਾਲਾ ਪਾਰਟ ਜਿਹੜਾ ਉਹ ਹੈਡ ਸਟਾਕ ਆ, ਤੇ ਆਹ ਜਿਹੜਾ ਗ੍ਰੀਨ ਕਲਰ ਦਾ ਪਾਰਟ ਹੈ ਇਹਨੂੰ ਟੇਲ ਸਟਾਕ ਕਹਿੰਦੇ ਆ। 3 ਮੇਨ ਪਾਰਟ ਹੁੰਦੇ ਆ ਇਹਦੇ ਲੇਥ ਦੇ ਇੱਕ ਤਰ੍ਹਾਂ ਦੇ। ਵਿਚਾਲੇ ਕੈਰੇਜ, ਰਾਈਟ ਤੇ ਟੇਲ ਸਟਾਕ, ਲੈਫਟ ਤੇ
ਹੈਡ ਸਟਾਕ। ਤਾਂ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਲੇਥ ਦੀ ਸਪੈਸੀਫਿਕੇਸ਼ਨ, ਵੀ ਲੇਥ ਨੂੰ ਕਿਵੇਂ ਆਪਾਂ ਸਪੈਸੀਫਾਈਡ ਕਰਦੇ ਹਾਂ। ਸਭ ਤੋਂ ਪਹਿਲਾਂ ਆਉਂਦਾ ਆਧਾਰ ਦੀ ਲੰਬਾਈ, ਲੈਂਥ ਆਫ ਬੈੱਡ। ਇੱਥੇ ਆ ਜਾਓ, ਇਹ ਲੈਂਥ ਇਹ ਬੈੱਡ ਆ ਲੇਥ ਦਾ, ਇਹ ਲੇਥ ਦਾ ਬੈੱਡ ਹੈਗਾ। ਤੇ ਇਹ ਤੁਸੀਂ ਜਿਹੜੀ ਇੱਥੇ ਤੱਕ ਜਿਹੜੀ ਜੋਬ ਆ ਉਹ ਚੱਕ ਦੇ ਵਿੱਚ ਫੜੀ ਜਾਂਦੀ ਆ। ਤਾਂ ਇਹ ਜਿਹੜੀ ਬੀ ਹੈਗੀ ਇਹ ਲੈਂਥ ਆ ਗਈ ਬੈੱਡ ਦੀ। ਤਾਂ ਇਹ ਕਿੰਨੀ ਲੰਬੀ ਆ, ਕਿੰਨੀ ਲੰਬਾਈ ਹੈ ਇਹਦੀ, ਉਸ ਦੇ ਹਿਸਾਬ ਨਾਲ ਆਪਾਂ ਨੂੰ ਲੇਥ ਨੂੰ ਸਪੈਸੀਫਾਈਡ ਕਰਦੇ ਹਾਂ ਵੀ ਇਹ 1 ਮੀਟਰ ਦੀ ਹੈ, 2 ਮੀਟਰ ਦੀ ਹੈ, 1.5 ਮੀਟਰ ਦੀ ਹੈ, ਜਿੰਨੀ ਵੀ ਹੈਗੀ ਆ। ਉਸ ਤੋਂ ਬਾਅਦ ਆ ਜਾਂਦੇ ਆ ਮੈਕਸਿਮਮ ਡਾਇਮੀਟਰ ਆਫ ਵਰਕ ਕੈਨ ਬੀ ਹੈਲਡ, ਕਿੰਨਾ ਵੱਡਾ ਡਾਇਮੀਟਰ ਜਿਹੜਾ ਉਹ ਚੱਕ ਦੇ ਵਿੱਚ ਫੜਿਆ ਜਾ ਸਕਦਾ। ਤਾਂ ਉਹ ਆ ਗਿਆ ਡੀ। ਜੇਕਰ ਡੀ ਡਾਇਮੀਟਰ ਮੈਕਸਿਮਮ ਆ ਜਿਹੜਾ ਚੱਕ ਦੇ ਵਿੱਚ ਫੜਿਆ ਜਾ ਸਕਦਾ, ਜੇ ਇਦੋਂ ਵੱਡੇ ਡਾਇਆ ਫੜਾਂਗੇ ਆਪਾਂ ਤਾਂ ਉਹ ਕੀ ਹੋਊਗਾ, ਉਹ ਬੈੱਡ ਦੇ ਵਿੱਚ ਇੱਥੇ ਟਕਰਾ ਜਾਊਗਾ, ਵਰਕ ਨਹੀਂ ਕਰੂਗਾ, ਜੋਬ ਘੁੰਮੂਗੀ ਨਹੀਂ। ਤਾਂ ਮੈਕਸਿਮਮ ਡੀ ਡਾਇਮੀਟਰ ਹੀ ਘੁੰਮ ਸਕਦਾ ਗਾ, ਸਵਿੰਗ ਡਾਇਮੀਟਰ। ਚੱਕ ਦੇ ਵਿੱਚ ਨਹੀਂ, ਚੱਕ ਦਾ ਛੋਟਾ ਫੜਨਾ ਪਊਗਾ। ਸਵਿੰਗ ਡਾਇਮੀਟਰ ਜਿਹੜਾ ਹੈਗਾ ਇਹ ਉਹ ਕਿੰਨਾ ਸਵਿੰਗ ਕਰ ਸਕਦਾ, ਜੇ ਇਦੋਂ ਵੱਡਾ ਹੋਊ ਤਾਂ ਇੱਥੇ ਬੈੱਡ ਦੇ ਵਿੱਚ ਵੱਜੂਗਾ, ਠੀਕ ਹੈ। ਤਾਂ ਉਹ ਡੀ ਹੈ ਜਿਹੜੀ ਲੈਂਥ ਆ ਜਿਹੜਾ ਇੰਨਾ ਤੁਸੀਂ ਫੜ ਸਕਦੇ ਹੋ, ਉਹ ਹੈਗਾ ਗਾ ਅਕੋਰਡਿੰਗ ਟੂ ਮੈਕਸਿਮਮ ਡਾਇਮੀਟਰ ਆਫ ਵਰਕ ਦੈਟ ਕੈਨ ਬੀ ਹੈਡ। ਨੰਬਰ 3 ਤੇ ਆ ਜਾਂਦਾ ਕੇਂਦਰਾਂ ਵਿੱਚ ਖਰਾਦੇ ਜਾਣ ਵਾਲੇ ਜੋਬ ਦੀ ਅਧਿਕਤਮ ਲੰਬਾਈ, ਮੈਕਸਿਮਮ ਲੈਂਥ ਆਫ ਵਰਕ ਦੈਟ ਕੈਨ ਬੀ ਟਰਨ ਬਿਟਵੀਨ ਸੈਂਟਰ, ਜਿਹੜੀਆਂ ਸੈਂਟਰ ਦੇ ਵਿੱਚ ਕਿੰਨੀ ਲੈਂਥ ਆ ਸਕਦੀ ਹੈ। ਮਤਲਬ ਇਹ ਟੇਲ ਸਟਾਕ ਲੱਗਿਆ ਹੋਇਆ, ਇਹ ਬਿਲਕੁਲ ਸਿਰੇ ਦੇ ਉੱਤੇ ਵੀ ਦੇਖ ਸਕਦੇ ਹੋ ਤੁਸੀਂ, ਇਸ ਤੋਂ ਬਾਅਦ ਤਾਂ ਨੀਚੇ ਗਿਰ ਜੂਗਾ, ਠੀਕ ਹੈ। ਇਹ ਟੇਲ ਸਟਾਕ ਦਾ ਆ ਸੈਂਟਰ ਹੈ, ਆ ਚੱਕ ਦਾ ਸੈਂਟਰ ਹੈ। ਇੱਕ ਗੱਲ ਯਾਦ ਰੱਖਿਓ, ਟੇਲ ਸਟਾਕ ਦਾ ਸੈਂਟਰ ਤੇ ਲੇਥ ਦਾ ਸੈਂਟਰ ਦੀ ਐਕਸਿਸ ਇੱਕੋ ਹੀ ਹੁੰਦੀ ਆ ਵਾਲੀ, ਇਹ ਸੇਮ ਹੁੰਦੀ ਹੈ। ਟੇਲ ਸਟਾਕ ਦੀ ਜਿਹੜੀ ਹਾਈਟ ਆ ਉਹ ਬਿਲਕੁਲ ਸੇਮ ਹੁੰਦੀ ਆ, ਉਹਦਾ ਸੈਂਟਰ ਦੀ ਹਾਈਟ ਤੇ ਇਧਰੋਂ ਚੱਕ ਦੀ ਸੈਂਟਰ ਜਿਹੜੀ ਐਕਸਿਸ ਆ ਉਹ ਮੈਚ ਕਰਦੀ ਹੁੰਦੀ ਹੈ। ਇਹ ਪੁਆਇੰਟ ਜ਼ਰੂਰ ਯਾਦ ਰੱਖਣਾ ਤੁਸੀਂ। ਤੇ ਜਿਹੜਾ ਇੱਥੋਂ ਲੈ ਕੇ ਜੋਬ ਹੈ ਜਿਹੜੀ ਲੈਂਥ, ਕਿੰਨੀ ਮੈਕਸਿਮਮ ਲੈਂਥ ਦੀ ਜੋਬ ਫੜੀ ਜਾ ਸਕਦੀ ਹੈ, ਇੱਥੋਂ ਲੈ ਕੇ ਇੱਥੇ ਤੱਕ ਇੰਨੀ ਹੀ ਜੋਬ ਫੜੀ ਜਾ ਸਕਦੀ ਇਹਦੇ ਵਿੱਚ, ਯਾਨੀ ਕਿ ਲੈਂਥ ਸੀ ਦੀ, ਲੈਂਥ ਸੀ, ਲੈਂਥ ਬਿਟਵੀਨ ਸੈਂਟਰਸ, ਇਦੋਂ ਵੱਡੀ ਜੋਬ ਨਹੀਂ ਫੜੀ ਜਾ ਸਕਦੀ, ਠੀਕ ਹੈ। ਤਾਂ ਇਹ ਕੀ ਹੋ ਗਿਆ, ਮੈਕਸਿਮਮ ਲੈਂਥ ਆਫ ਵਰਕ ਦੈਟ ਕੈਨ ਬੀ ਟਰਨ ਬਿਟਵੀਨ ਸੈਂਟਰ, ਜਿਹੜੀ ਮੈਕਸਿਮਮ ਲੈਂਥ ਆ ਉਹ ਸੈਂਟਰ ਦੇ ਵਿੱਚ ਫੜੀ ਜਾਂਦੀ ਆ, ਉਹ ਕਿੰਨੀ ਹੁੰਦੀ ਹੈ। ਉਸ ਤਰ੍ਹਾਂ ਆਪਾਂ ਲੇਥ ਨੂੰ ਸਪੈਸੀਫਾਈ ਕਰਦੇ ਹਾਂ। ਜੇਕਰ ਵੱਧਦਾ ਤਾਂ ਲੇਥ ਵੱਡੀ ਹੋ ਜੂਗੀ, ਘੱਟ ਆ ਤਾਂ ਲੇਥ ਛੋਟੀ ਹੋ ਜੂਗੀ। ਦੂਜੀ ਆ ਜਾਂਦੀ ਆ ਆਧਾਰ ਉੱਤੇ ਦੋਲਨ ਖਰਾਦ ਮਸ਼ੀਨ ਦੇ ਐਕਸਿਸ ਅਤੇ ਆਧਾਰ ਦੇ ਉੱਪਰ ਸਤ੍ਹਾ ਦੇ ਵਿੱਚ ਲੰਬਵਤ ਦੂਰੀ, ਮਤਲਬ ਦਾ ਸਵਿੰਗ ਓਵਰ ਬੈੱਡ ਕੀ ਹੁੰਦਾ, ਦਿਸ ਇਜ਼ ਦਾ ਪਰਪੈਂਡੀਕੂਲਰ ਡਿਸਟੈਂਸ ਫਰਮ ਦਾ ਲੇਥ ਐਕਸਿਸ ਟੂ ਦਾ ਟਾਪ ਆਫ ਦਾ ਬੈੱਡ। ਆ ਬਣਾ ਆ ਪਰਪੈਂਡੀਕੂਲਰ ਜਿਹੜੀ ਲੇਥ ਦੀ ਐਕਸਿਸ ਇੱਥੋਂ ਲੈ ਕੇ ਬੈੱਡ ਤੋਂ ਜਿਹੜਾ ਸਿੱਧਾ ਪਰਪੈਂਡੀਕੂਲਰ ਡਿਸਟੈਂਸ ਆ ਉਹ ਕਿੰਨਾ, ਆਰ ਸੈਂਟਰ ਹਾਈਟ ਆ ਵਾਲੀ, ਇਸ ਦੇ ਅਕੋਰਡਿੰਗ। ਜੇਕਰ ਇਹ ਜ਼ਿਆਦਾ ਗਈ, ਕਿਉਂਕਿ ਕਈ ਵਾਰ ਬੇਸ ਕੀ ਹੁੰਦਾ ਇੱਥੋਂ ਗਲਾਈ 'ਚ ਕੱਟ ਲੈਂਦੇ ਨੇ, ਐਵੇਂ ਨਾ ਬੇਸ ਜਿਵੇਂ ਇੱਥੇ ਬਿਲਕੁਲ ਸਿੱਧਾ ਗਾ, ਇੱਥੇ ਨਾ ਬੇਸ ਇਸ ਤਰ੍ਹਾਂ ਗਲਾਈ ਦੇ ਵਿੱਚ ਕੱਟਿਆ ਹੁੰਦਾ, ਤਾਂ ਜਿਹੜਾ ਸਵਿੰਗ ਡਾਇਮੀਟਰ ਆ ਜਾਂ ਤੁਹਾਡਾ ਇਹ ਲੰਬਵਤ ਦੂਰੀ ਆ ਇਹ ਵੱਧ ਜੇ ਤੇ ਵੱਡੀ ਜੋਬ ਇਹਦੇ ਵਿੱਚ ਫੜੀ ਜਾ ਸਕੇ। ਇਹ ਹੈਗੀ ਤੁਹਾਡੀ ਲੇਥ ਦੀ ਸਪੈਸੀਫਿਕੇਸ਼ਨ। ਉਸ ਤੋਂ ਬਾਅਦ ਆਉਂਦੇ ਲੇਥ ਦੇ ਪਾਰਟਸ, ਜਿਵੇਂ ਹੈਡ ਸਟਾਕ, ਬੇਸ, ਬੈੱਡ ਬੇਸ, ਕੈਰੇਜ, ਟੂਲ ਪੋਸਟ, ਟੂਲ ਸਟਾਕ, ਕੰਪਾਊਂਡ ਸਲਾਈਡ, ਇਹ ਸਾਰੇ ਜਿੰਨੇ ਪਾਰਟ ਨੇ ਆਪਾਂ ਅੱਗੇ ਡਿਟੇਲ ਦੇ ਵਿੱਚ ਕਰਨੇ ਨੇ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਇੱਕ ਇਹਦੀ ਫੋਟੋ ਦਿਖਾਉਣਾ ਲੇਥ ਦੇ ਪਾਰਟਸ ਦੀ। ਦੇਖੋ ਇਹ ਹੈਡ ਸਟਾਕ ਹੁੰਦਾ, ਹੈਡ ਸਟਾਕ ਦੇ ਵਿੱਚ ਕੀ ਹੁੰਦਾ, ਇਹਦਾ ਮੈਕੈਨਿਜ਼ਮ ਲੱਗਿਆ ਹੁੰਦਾ ਚੱਕ ਨੂੰ ਘੁਮਾਉਣ ਵਾਸਤੇ, ਜਿਹੜੀ ਮੋਟਰ ਲੱਗੀ ਹੋਊਗੀ ਜਾਂ ਗੇਅਰ ਬਾਕਸ ਲੱਗਿਆ। ਹੈਡ ਸਟਾਕ ਦੋ ਤਰ੍ਹਾਂ ਦੇ ਹੁੰਦੇ ਆ, ਜਾਂ ਤਾਂ ਗੇਅਰ ਬਾਕਸ ਟਾਈਪ ਹੁੰਦੇ ਆ, ਜਿਵੇਂ ਆਪਣੇ ਟਰੈਕਟਰ ਕਾਰਾਂ ਦੇ ਵਿੱਚ ਗੇਅਰ ਲੱਗੇ ਹੁੰਦੇ ਆ, ਪਹਿਲਾ ਗੇਅਰ ਪਾਇਆ ਸਪੀਡ ਘੱਟ, ਦੂਜਾ ਗੇਅਰ ਪਾਇਆ ਸਪੀਡ ਹੋਰ ਵੱਧ ਗਈ, ਤੀਜਾ ਗੇਅਰ ਪਾਇਆ ਸਪੀਡ ਹੋਰ ਵੱਧ ਗਈ, ਡਿਪੈਂਡ ਕਰਦਾ ਕਿੰਨੇ ਗੇਅਰ ਲੱਗੇ ਆ। ਜਾਂ ਕੋਣ ਪੁੜੀਆਂ ਲੱਗੀਆਂ ਹੁੰਦੀਆਂ ਨੇ, ਸਟੈਪ ਪੁੜੀਆਂ ਲੱਗੀਆਂ ਹੁੰਦੀਆਂ ਨੇ, ਜਿਹਦੇ ਵਿੱਚ ਅੱਗੇ ਡਿਟੇਲਸ ਆਪਾਂ ਕਰਾਂਗੇ। ਇੱਥੇ ਦਾ ਸਪਿੰਡਲ ਨਿਕਲਦਾ ਮੇਨ ਪਾਵਰ, ਸਪਿੰਡਲ ਦੇ ਉੱਪਰ ਬੈਕ ਪਲੇਟ ਲੱਗੀ ਹੁੰਦੀ ਆ, ਬਲੈਕ ਪਲੇਟ ਦੇ ਉੱਪਰ ਤੁਹਾਡਾ ਚੱਕ ਕੱਸਿਆ ਹੁੰਦਾ, ਇਹਨੂੰ ਚੱਕ ਹੈ ਜਿਹਦੇ ਵਿੱਚ ਜੋਬ ਫੜੀ ਜਾਂਦੀ ਹੈ। ਇਹ ਵਾਲਾ ਪਾਰਟ ਕੈਰੇਜ ਹੈਗਾ। ਕੈਰੇਜ ਦੇ ਦੋ ਮੇਨ ਪਾਰਟ ਹੁੰਦੇ ਨੇ, ਇੱਕ ਹੁੰਦਾ ਐਪਰਨ, ਇਹ ਵਾਲਾ ਐਪਰਨ ਦੇ ਵਿੱਚ ਕੀ ਹੁੰਦਾ, ਮੇਨ ਕੰਟਰੋਲ ਹੁੰਦਾ। ਮੰਨ ਲਓ ਜਿੰਨਾ ਵੀਲ ਲੱਗਿਆ ਘੁਮਾਉਣ ਵਾਸਤੇ, ਜਾਂ ਵੀਲ ਹੈਗਾ ਜਾਂ ਲੀਵਰ ਹੈਗਾ, ਠੀਕ ਹੈ, ਇਹ ਸਾਰੇ ਦਾ ਮੈਕੈਨਿਜ਼ਮ ਹੈ ਜਿਹੜਾ ਇਹਨੂੰ ਕੈਰੀ ਨੂੰ ਲੈਫਟ ਰਾਈਟ ਮੂਵ ਕਰਾਉਣਾ, ਜਾਂ ਜਿਹੜੇ ਉੱਪਰ ਸਲਾਈਡ ਲੱਗੀ ਹੋਈ ਆ
ਤੁਹਾਡੀ क्रॉस स्लाइड आ गई आ वाली, इनू उधर मतलब इस दे परपेंडिकुलर मूव करना। लैफ्ट राइट तो एक चक कैरेज मूव करूगा, सैडल मूव करूगी, तो जे उधर दूजी साइड मूव कराना तो क्रॉस साइड मूव करदी आ। वो जिन्ने मूवमेंट का कंट्रोल आ वो सारा एप्रन दे विच हुंदा। दूजा इहदा मुख्य पार्ट आ सैडल, ये वाला जिहड़ा इहदे उपर स्लाइड करदा, आ बैड दे उपर एवें लैफ्ट राइट स्लाइड करदा, तो उहदे उपर अगे क्रॉस स्लाइड लगी हुंदी है, कंपाउंड रेस्ट ते टूल पोस्ट लग्या हुंदा। ये सारे सैडल दे पार्ट ने तिन्ने, आ टूल पोस्ट, कंपाउंड रेस्ट, क्रॉस लाइन, तिन्ने सैडल के पार्ट ने। मेन कैरेज दो ही पार्ट होंगे ने, एक एप्रन तो एक सैडल। सैडल सिर्फ बेस होंदा जिहड़ा तिन्ने चीज़ों सपोर्ट करदा, ते एप्रन की करदा, एक मैकेनिज्म होंदा जिहड़ा इहनूं मूव कराउंदा गा लैफ्ट राइट जां उसदे परपेंडिकुलर डिस्टेंस। एक ट्रे होंदी है जिहदे विच सारा लुब्रीकेंट वगैरह जां चिप्स वगैरह ने रिमूव होकर डिगदियां ने, आपां कलैक्ट कर लैंदे आ। ठीक है, ये तुहाडा टेल स्टॉक हैगा, टेल स्टॉक का हैंड व्हील हैगा। ठीक है, ये तुहाडा बैड आ सारा, इहनूं बैड कह जांदे ने। आ नीचे वाला सारा ये बैड आ, ते बैड के उपर वेद बने हुए जिहदे अगे डिस्कस करांगे आपां। ठीक है, ये दो लैग ने लेग दियां, एक आ वाली ते एक आ वाली, बाकी सारा बैड बन जांदा वाला इन्ना जिहड़ा लैग के उपर रखिया वा, ये तुहाडा बैड हैगा। ये इहदे मेन पार्ट्स ने लेग दे। उस तो बाद गल करदे आपां हैड स्टॉक दी। हैड स्टॉक की हुंदा? हैड स्टॉक लेग के उत्ते खब्बे पासे बनया हुंदा, आप तुसीं देख सकदे हो। आ सारा की है हैड स्टॉक आ, जिहड़ा लेग के खब्बे पासे बनया होया। सज्जे पासे टेल स्टॉक हुंदा, ठीक है, विचाले कैरेज हुंदा। दोस्तों इत्थे दिखाया गया मैं तुहानूं, ठीक है, वो हैगा ये हैड स्टॉक जिहड़ा तुहानूं दिख रिहा विजिबल आ। तां हैड स्टॉक क्रिया करते समय ਕੰਮ ਨੂੰ ਫੜਨ ਦੇ ਲਈ ਪ੍ਰਯੋਗ ਕੀਤਾ ਜਾਂਦਾ ਹੋਣ ਵਾਲਾ ਸਾਧਨ ਹੈਡ ਸਟਾਕ ਕਹਾਉਂਦਾ ਹੈ। ਇਹ ਮੁੱਖ ਮੋਟਰ ਤੋਂ ਜੌਬ ਤੱਕ ਸ਼ਕਤੀ ਸੰਚਾਲਨ ਵਿੱਚ ਸਹਿਯੋਗ ਕਰਦਾ ਹੈ। ਜਿਹੜੀ ਮੋਟਰ ਲੱਗੀ ਹੋਈ ਹੈ ਲੇਗ ਦੇ ਵਿੱਚ, ਆਪਾਂ ਸਟਾਰਟ ਕਰਤੀ, ਉਹਦੀ ਪਾਵਰ ਨੂੰ ਸਪਿੰਡਲ ਤੱਕ ਯਾਨੀ ਕਿ ਚੱਕ ਤੱਕ ਲੈ ਕੇ ਆਉਣ ਲਈ ਜਿਹੜਾ ਕੰਮ ਆ ਉਹ ਸਾਰਾ ਕੰਮ ਹੈਡ ਸਟਾਕ ਕਰਦਾ। ਇਸ ਵਿੱਚ ਭਿੰਨ ਗਤੀਆਂ ਦੇ ਲਈ ਸ਼ਾਫਟ ਗੇਅਰ ਜਾਂ ਲੀਵਰ ਲੱਗੇ ਹੁੰਦੇ ਹਨ। ਜਿਹੜੇ ਆਪਾਂ ਸਪੀਡ ਲੇਗ ਦੀ ਘਟਾਉਣੀ ਆ ਜਾਂ ਵਧਾਉਣੀ ਆ ਉਹ ਸਾਰੀ ਕਾਹਦੇ ਵਿੱਚ ਹੁੰਦੀ ਆ? हैड स्टॉक ਦੇ ਵਿੱਚ ਹੁੰਦੀ ਹੈ। ਹੈਡ ਵਿੱਚ ਹੀ ਗੇਅਰ ਅਤੇ ਬੈਰਿੰਗ ਨੂੰ ਲੁਬਰੀਕੇਸ਼ਨ ਦੇਣ ਦੀ ਵਿਵਸਥਾ ਵੀ ਹੁੰਦੀ ਹੈ। ਤਾਂ ਜਿਹੜੀ ਮਤਲਬ ਪਾਵਰ ਆ ਗਈ ਮੋਟਰ ਤੋਂ ਲੈ ਕੇ ਚੱਕ ਤੱਕ ਲੈ ਕੇ ਆਉਣ ਦੀ, ਉਹ ਸਾਰਾ ਕੰਮ ਹੈਡ ਸਟਾਕ ਕਰਦਾ ਗਾ। ਤੇ ਜਿਹਦੀ ਸਪੀਡ ਵਧਾਉਣੀ ਆ ਘਟਾਉਣੀ ਆ ਲੇਗ ਦੀ ਚੱਕਰ, ਉਹ ਵੀ ਸਾਰਾ ਕੰਮ ਹੈਡ ਸਟਾਕ ਦਾ ਹੁੰਦਾ। ਹੁਣ ਹੈਡ ਸਟਾਕ ਦੋ ਤਰ੍ਹਾਂ ਦੇ ਹੁੰਦੇ ਨੇ। ਨੰਬਰ 1 ਆਲ ਗੇਅਰ ਹੈਡ ਸਟਾਕ, ਜਿਹਦੇ ਵਿੱਚ ਗੇਅਰ ਲੱਗੇ ਹੁੰਦੇ ਨੇ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਮੈਂ, ਜਿਵੇਂ ਟਰੈਕਟਰ ਦੇ ਵਿੱਚ ਗੇਅਰ ਲੱਗਿਆ ਹੁੰਦਾ ਜਾਂ ਕਾਰ 'ਚ ਗੇਅਰ ਲੱਗਿਆ ਹੁੰਦਾ, ਜਿਵੇਂ ਜਿਵੇਂ ਗੇਅਰ ਚੇਂਜ ਕਰੀ ਜਾਂਦੇ ਆ ਉਵੇਂ ਉਵੇਂ ਜਿਹੜੀ ਲੇਗ ਦੀ ਸਪੀਡ ਆ ਉਹ ਵਧੀਆਂ ਘਟੀ ਜਾਂਦੀ ਆ। ਠੀਕ ਹੈ, ਜਿਵੇਂ ਤੁਹਾਨੂੰ ਉਦਾਹਰਨ ਦੇ ਤੌਰ 'ਤੇ ਮੈਂ ਦਿਖਾ ਰਿਹਾ, ਇਹ ਪੁੜੀ ਲੱਗੀ ਆ ਮੋਟਰ ਨਾਲੋਂ, ਇਹ ਸ਼ਾਫਟ ਰੋਟੇਟ ਹੋ ਰਹੀ ਹੈ। ਇਹ 'ਚ 3 ਗੇਅਰ ਨੇ A B C। ਠੀਕ ਹੈ, ਹੁਣ ਇੱਥੇ B ਕਨੈਕਟ ਹੋਇਆ E ਨਾਲ, E ਕਨੈਕਟ ਹੋਇਆ H ਨਾਲ। ਤਾਂ ਇੱਥੇ ਜਿਹੜੀ ਸਪੀਡ ਹੈਗੀ ਉਹ ਮੈਕਸਿਮਮ ਸਪੀਡ ਮਿਲ ਰਹੀ ਹੈ, ਕਿਉਂਕਿ ਜਿਹੜਾ B ਗੇਅਰ ਆ ਉਹ A ਤੇ C ਨਾਲੋਂ ਵੱਡਾ ਗਾ। ठीक है, इतने मैक्सिमम स्पीड आ गई। जे हुण A D नाल अटैच हो जाऊगा तो इधरों B D नाल अटैच हो जाऊगा, तो सीरीज बन जूगी A D G, तो स्पीड होर घट जूगी क्योंकि गियर छोटा हो गया A वाला। ठीक है, उस तरह ही इधर नूं स्लाइड करांगे, C तुहाडा F नाल कनैक्ट हो जाऊगा तो थल्लों I तुहाडा F नाल कनैक्ट हो जाऊगा, तो स्पीड तुहाडी होर घट जूगी क्योंकि यह गियर आ वो छोटा हो गया। इतों स्पिंडल स्पीड है जी वो ਹੁਣ ਜੇ ਇਸ ਟਾਈਮ ਜਿਹੜੀ ਅਟੈਚਮੈਂਟ ਹੋਈ ਹੋਈ ਆ B E ਤੇ H ਨਾਲ, ਉਹ ਮੈਕਸਿਮਮ ਸਪੀਡ ਦੇ ਰਹੀ ਹੈ ਕਿਉਂਕਿ B ਸਭ ਤੋਂ ਵੱਡਾ ਗੇਅਰ ਹੈਗਾ। ਉਦੋਂ ਛੋਟਾ A ਹੈ, A ਜਦੋਂ D ਨਾਲ ਕਨੈਕਟ ਹੋ ਗਿਆ, ਇੱਧਰੋਂ G ਨਾਲ ਕਨੈਕਟ ਹੋ ਗਿਆ, A D G ਬਣ ਗਿਆ, ਤਾਂ ਸਪੀਡ ਹੋਰ ਘੱਟ ਜੂਗੀ। ਜੇ ਇੱਧਰ ਰਾਈਟ ਮੂਵ ਕਰਾਂਗੇ ਤਾਂ C F I ਕਨੈਕਟ ਹੋ ਜਾਣਗੇ, ਤਾਂ ਸਪੀਡ ਹੈ ਜਿਹੜੀ ਹੋਰ ਘੱਟ ਜੂਗੀ ਕਿਉਂਕਿ ਗੇਅਰ ਛੋਟੇ ਹੋਈ ਜਾ ਰਹੇ। ਤਾਂ ਅੱਜ ਕੱਲ੍ਹ ਜ਼ਿਆਦਾਤਰ ਖਰਾਦ ਮਸ਼ੀਨਾਂ ਨੂੰ ਭਿੰਨ ਗਤੀਆਂ ਉੱਤੇ ਸੰਚਾਲਿਤ ਕਰਨ ਦੇ ਲਈ ਗੇਅਰਡ ਹੈਡ ਸਟਾਕ ਦਾ ਪ੍ਰਯੋਗ ਹੀ ਕੀਤਾ ਜਾਂਦਾ ਹੈ, ਕਿਉਂਕਿ ਇੱਕ ਤਾਂ ਇਹਦੇ ਵਿੱਚ ਲੂਬਰੀਕੇਸ਼ਨ ਸਹੀ ਹੋ ਜਾਂਦੀ ਹੈ ਅਤੇ ਆਵਾਜ਼ ਬਹੁਤ ਘੱਟ ਆਉਂਦੀ ਹੈ ਅਤੇ ਮਜ਼ਬੂਤ ਹੁੰਦੇ ਆ। ਇਹ ਜ਼ਿਆਦਾ ਲੋਡ ਹੈਗਾ ਤਾਂ ਆਪਾਂ ਗੇਅਰ ਹੈਡ ਸਟਾਕ ਯੂਜ਼ ਕਰ ਦਿਆਂਗੇ, ਕਿਉਂਕਿ ਲੋਡ ਜ਼ਿਆਦਾ ਗਾ ਟੁੱਟਦੇ ਨਹੀਂ ਹੈਗੇ, ਸਲਿੱਪ ਨਹੀਂ ਹੁੰਦੀ। ਬੈਲਟ ਜਿਹੜੀ ਉਹ ਸਲਿੱਪ ਹੋ ਸਕਦੀ ਹੈ ਤਾਂ ਸਲਿੱਪ ਨਹੀਂ ਹੁੰਦੇ ਹੈਗੇ। ਇਸ ਲਈ ਜੇ ਜਿੱਥੇ ਜ਼ਿਆਦਾ ਲੋਡ ਹੈਗਾ ਤੇ ਉੱਥੇ ਆਪਾਂ ਗੇਅਰ ਹੈਡ ਸਟਾਕ ਹੀ ਵਰਤਦੇ ਹਾਂ ਅਤੇ ਇਹਦੀ ਆਵਾਜ਼ ਵੀ ਘੱਟ ਹੁੰਦੀ ਹੈ। ਇਹ ਇੱਕ ਬਕਸੇ ਦੇ ਆਕਾਰ ਵਿੱਚ ਢਲਾਈ ਦਾ ਬਣਿਆ ਹੁੰਦਾ ਹੈ, ਜਿਸ ਦਾ ਉੱਪਰ ਵਾਲਾ ਢੱਕਣ ਆਸਾਨੀ ਨਾਲ ਖੁੱਲ੍ਹ ਜਾਂਦਾ ਹੈ। ਇਸ ਨੂੰ ਮਜ਼ਬੂਤ ਬਣਾਉਣ ਦੇ ਲਈ ਇਸ ਦੇ ਅੰਦਰਲੇ ਭਾਗਾਂ ਵਿੱਚ ਜਾਲ ਬਣੇ ਹੁੰਦੇ ਹਨ ਅਤੇ ਨਾਲ ਹੀ ਸ਼ਾਫਟ ਬੈਰਿੰਗ ਲਾਉਣ ਵਿੱਚ ਵੀ ਸਹਾਇਕ ਹੈ।
ਇਸ ਵਿੱਚ ਇੱਕ ਇਨਪੁਟ ਸ਼ਾਫਟ ਲੱਗੀ ਹੁੰਦੀ ਹੈ ਜੋ ਇੱਕ ਸਥਿਰ ਗਤੀ ਵਿੱਚ ਮੋਟਰ ਤੋਂ ਬੈਲਟ ਦੁਆਰਾ ਚੱਲਦੀ ਹੈ। ਇਸ ਵਿੱਚ ਕਲੱਚ ਅਤੇ ਬ੍ਰੇਕ ਵੀ ਲੱਗੇ ਹੁੰਦੇ ਹਨ। ਗੀਅਰ ਨੂੰ ਚੇਂਜ ਕਰਨ ਲਈ ਆਪਾਂ ਇਹਦੇ ਵਿੱਚ ਕਲੱਚ ਵੀ ਹੈਗਾ ਉਹ ਵੀ ਯੂਜ਼ ਕਰਦੇ ਹਾਂ ਤਾਂ ਜੋ ਉਹਨੂੰ ਫ੍ਰੀ ਕਰ ਦੇ ਅਤੇ ਆਸਾਨੀ ਨਾਲ ਤੁਹਾਡਾ ਗੇਅਰ ਆ ਉਹ ਅਟੈਚ ਹੋ ਸਕੇ। ਤਾਂ ਆਲ ਗੇਅਰ ਹੈਡ ਸਟਾਕ ਦੇ ਵਿੱਚ ਇੰਨੇ ਸੀਗਾ ਵੀ ਆਪਣੇ ਗੀਅਰ ਲੱਗੇ ਹੁੰਦੇ ਨੇ ਇਸ ਦੇ ਵਿੱਚ, ਅਤੇ ਸਾਰਾ ਲੂਬਰੀਕੇਸ਼ਨ ਨਾਲ ਫਿਲ ਹੁੰਦਾ ਤਾਂ ਜੋ ਆਵਾਜ਼ ਵਗੈਰਾ ਵੀ ਅਤੇ ਲੂਬਰੀਕੇਸ਼ਨ ਪ੍ਰੋਪਰ ਹੁੰਦੀ ਰਹੇ। ਉਸ ਤੋਂ ਬਾਅਦ ਆਉਂਦੇ ਨੇ ਕੋਣ ਪੁਲੀ ਡਰਾਈਵ ਹੈਡ ਸਟਾਕ। ਇਸ ਵਿੱਚ ਕੀ ਹੁੰਦਾ, ਸਟੈਪ ਪੁਲੀਆਂ ਲੱਗੀਆਂ ਹੁੰਦੀਆਂ ਨੇ। ਮੈਂ ਤੁਹਾਨੂੰ ਦਿਖਾਉਣਾ, ਇਹ ਜਿਵੇਂ ਆ ਦੇਖ ਲਓ ਤੁਸੀਂ, ਠੀਕ ਆ। ਇਹ ਮੋਟਰ ਹੈਗੀ, ਮੋਟਰ ਆ ਤਿੰਨੇ ਪੁਲੀਆਂ ਨੂੰ ਘੁਮਾ ਰਹੀ ਹੈ ਕੰਟੀਨਿਊਸਲੀ, 1 2 3 4 GHFE ਨੂੰ ਪੁਲੀਆਂ ਘੁੰਮ ਰਹੀਆਂ ਨੇ। ਇਹ ਤੁਹਾਡੇ ਸਪਿੰਡਲ ਦੀਆਂ ਪੁਲੀਆਂ ਨੇ। ਹੁਣ ਪਹਿਲੀ ਐਚ ਆ ਜਿਹੜੀ ਆਪਣੀ ਬੈਲਟ ਹੈਗੀ, ਫਲੈਟ ਬੈਲਟ ਵਰਤੀ ਜਾਂਦੀ ਇਹਦੇ ਵਿੱਚ, ਉਹ A ਤੇ H ਨਾਲ ਕਨੈਕਟ ਆ। ਤਾਂ H ਵੱਡੀ ਪੁਲੀ ਹੈ, ਇੱਥੇ ਉਹਨੂੰ ਲੇਦ ਨੂੰ ਮੈਕਸੀਮਮ ਸਪੀਡ ਮਿਲ ਰਹੀ ਹੈ। ਜੇ ਹੀ ਆਪਾਂ ਬੈਲਟ ਜਿਹੜੀ ਉਹ ਇੱਥੇ ਸ਼ਿਫਟ ਕਰ ਦਾਂਗੇ, B ਤੇ G ਤੇ ਸ਼ਿਫਟ ਕਰ ਦਾਂਗੇ, ਤਾਂ ਸਪੀਡ ਹੋਰ ਘੱਟ ਜੂਗੀ ਕਿਉਂਕਿ ਇਹ ਪੁਲੀ ਛੋਟੀ ਹੋ ਗਈ। ਉਸ ਤਰ੍ਹਾਂ ਹੀ ਇੱਥੇ ਹੋਰ ਸਪੀਡ ਘੱਟ ਜੂਗੀ ਅਤੇ E ਤੇ D ਤੇ ਚੜਾਵਾਂਗੇ ਹੋਰ ਸਪੀਡ ਘੱਟ ਜੂਗੀ। ਇਹ ਸਟੈਪਡ ਪੁਲੀ ਆਮ ਤੌਰ ਤੁਸੀਂ ਡਰਿਲ ਮਸ਼ੀਨ ਦੇ ਉੱਪਰ ਵੀ ਲੱਗੀ ਹੋਈ ਦੇਖੀ ਹੋਗੀ। ਤਾਂ ਉੱਤੇ ਸਪੀਡ ਵਧਾਉਣ ਜਾਂ ਘਟਾਉਣ ਦੇ ਲਈ ਆਪਾਂ ਸਟੈਪਡ ਪੁਲੀ ਦੀ ਵਰਤੋਂ ਕਰਦੇ ਹਾਂ। ਤਾਂ ਕੋਣ ਪੁਲੀ ਬੈਲਟ ਡਰਾਈਵ 'ਚ ਆਪਾਂ ਗੱਲ ਕਰੀਏ, ਇਹ ਢਲਵੇਂ ਲੋਹੇ ਦਾ ਬਣਿਆ ਖੋਖਲੇ ਬਾਕਸ ਦੇ ਰੂਪ ਵਿੱਚ ਹੁੰਦਾ ਹੈ। ਇਸ ਵਿੱਚ ਹੈੱਡ ਸਟਾਕ ਦੇ ਮੁੱਖ ਸਪਿੰਡਲ ਉੱਤੋਂ ਇੱਕ ਸਟੈਪਡ ਕੋਣ ਪੁਲੀ ਲੱਗੀ ਹੁੰਦੀ ਹੈ ਜਿਸ ਵਿੱਚ 3 ਜਾਂ 4 ਸਟੈਪ ਹੁੰਦੇ ਨੇ। ਜਿਵੇਂ ਇਹਦੇ ਵਿੱਚ ਕਿੰਨੇ ਸੀ, 4 ਸਟੈਪ ਨੇ, 1 2 3 ਤੇ 4, 3 ਜਾਂ 4 ਸਟੈਪ ਹੁੰਦੇ ਨੇ। ਇਹ ਪੁਲੀਆਂ ਸੁਤੰਤਰ ਰੂਪ ਵਿੱਚ ਘੁੰਮਦੀਆਂ ਹਨ ਅਤੇ ਚਪਟੇ ਪੱਟੇ ਫਲੈਟ ਬੈਲਟ ਦੀ ਸਹਾਇਤਾ ਨਾਲ ਦੂਜੀ ਸਟੈਪਡ ਕੋਣ ਪੁਲੀ ਨਾਲ ਸੰਚਾਲਿਤ ਹੁੰਦੀ ਹੈ। ਸਟੈਪਡ ਕੋਣ ਪੁਲੀ ਨਾਲ ਸੰਚਾਲਿਤ ਹੁੰਦੀ ਹੈ ਜਿਸ ਵਿੱਚ ਸਪਿੰਡਲ ਨੂੰ ਸਹਾਰਾ ਦੇਣ ਦੇ ਲਈ ਹੈੱਡ ਸਟਾਕ ਦੀ ਢਲਾਈ ਬਣਾਵਟ ਹੀ ਬੈਰਿੰਗ ਲੱਗੇ ਹੁੰਦੇ ਹਨ ਜਿਸ ਵਿੱਚ ਸਪਿੰਡਲ ਲਗਾਈ ਜਾਂਦੀ ਹੈ। ਇਸ ਦੇ ਉੱਪਰ ਇੱਕ ਬੁੱਲ ਗੇਅਰ ਵੀ ਲੱਗਿਆ ਹੁੰਦਾ ਹੈ। ਕੋਣ ਪੁਲੀ ਇੱਕ ਪਿਨੀਅਨ ਦੁਆਰਾ ਜੁੜੀ ਰਹਿੰਦੀ ਹੈ। ਤਾਂ ਤੁਸੀਂ ਦੇਖ ਰਹੇ ਹੋ ਮੋਟਰ ਦੀ ਜਿਹੜੀ ਪਾਵਰ ਹੈਗੀ ਉਹ ਸਪਿੰਡਲ ਤੱਕ ਸਟੈਪਡ ਕੋਣ ਪੁਲੀ ਤੇ ਬੈਲਟ ਦੀ ਮਦਦ ਨਾਲ ਪਹੁੰਚਾਈ ਜਾ ਰਹੀ ਹੈ। ਤਾਂ ਇੱਥੇ ਜਿਹੜੀ ਸਪੀਡ ਚੇਂਜ ਕਰਨੀ ਆਪਾਂ ਉਹ ਬੈਲਟ ਨੂੰ ਚੇਂਜ ਕਰਕੇ, ਸਟੈਪ ਚੇਂਜ ਕਰਕੇ, ਮੰਨ ਲਓ G ਤੇ B ਨੂੰ ਕਨੈਕਟ ਕਰਕੇ ਸਪੀਡ ਘੱਟ ਜੂਗੀ, F ਨਾਲ ਹੋਰ ਘੱਟ ਜੂਗੀ। ਇਸ ਤਰ੍ਹਾਂ ਆਪਾਂ ਜਿਹੜੀ ਸਪੀਡ ਹੈਗੀ ਉਹ ਲੇਥ ਦੀ ਆਪਾਂ ਚੇਂਜ ਕਰ ਸਕਦੇ ਹਾਂ ਸਟੈਪਡ ਕੋਣ ਪੁਲੀ 'ਚ। ਉਸ ਤੋਂ ਬਾਅਦ ਆ ਜਾਂਦਾ ਆਧਾਰ ਬੈੱਡ। ਇਹ ਦੇਖ ਰਹੇ ਹੋ ਤੁਸੀਂ, ਇਹ ਲੇਥ ਮਸ਼ੀਨ ਦਾ ਬੈੱਡ ਹੈਗਾ ਜਿਹਦੇ ਉੱਪਰ ਸਾਰੀ ਲੇਥ ਮਸ਼ੀਨ ਦਾ ਕੈਰੇਜ ਵਗੈਰਾ ਉਹ ਇੱਥੇ ਟਿਕਣੇ ਆ। ਕੈਰੇਜ ਇਸ ਸਾਈਡ ਤੇ ਹੈੱਡ ਸਟਾਕ ਆ ਜਾਊਗਾ, ਟੇਲ ਸਟਾਕ ਇਸ ਸਾਈਡ ਤੇ ਆ ਜਾਊਗਾ, ਵਿਚਾਲੇ ਤੁਹਾਡਾ ਕੈਰੇਜ ਆ ਜਾਊਗਾ। ਤਾਂ ਖਰਾਦ ਮਸ਼ੀਨਾਂ ਦਾ ਆਧਾਰ ਢਲਵੇਂ ਲੋਹੇ ਦਾ ਬਣਿਆ ਹੁੰਦਾ ਹੈ। ਯਾਦ ਰੱਖਣਾ ਇਹ ਗੱਲ ਪੁਆਇੰਟ, ਕਾਸਟ ਆਇਰਨ ਦਾ ਬਣਿਆ ਹੁੰਦਾ ਜਿਹੜਾ ਖਰਾਦ ਮਸ਼ੀਨ ਦਾ ਬੇਸ ਆ, ਬੈੱਡ ਆ। ਵੱਡੀਆਂ ਵੱਡੀਆਂ ਮਸ਼ੀਨਾਂ ਦੀ ਆਵਸ਼ਕਤਾ ਅਨੁਸਾਰ 2 ਜਾਂ 2 ਤੋਂ ਜ਼ਿਆਦਾ ਖੰਡ ਹੁੰਦੇ ਹਨ ਜੋ ਸਾਵਧਾਨੀ ਨਾਲ ਜੋੜੇ ਹੁੰਦੇ ਹਨ। ਮਤਲਬ ਜਿਹੜਾ ਬੈੱਡ ਆ 2 ਜਾਂ 2 ਤੋਂ ਵੱਧ ਪਾਰਟਸ ਦੇ ਵਿੱਚ ਹੁੰਦਾ ਅਤੇ ਧਿਆਨ ਨਾਲ ਜੋੜਿਆ ਜਾਂਦਾ ਹੈ। ਇਹਨਾਂ ਦੀ ਮਜ਼ਬੂਤੀ ਨੂੰ ਵਧਾਉਣ ਦੇ ਲਈ ਇਸ ਵਿੱਚ ਕੰਮ ਦੇ ਦੌਰਾਨ ਝਟਕੇ ਅਤੇ ਕੰਬਣ ਸਹਿਣ ਕਰਨ ਲਈ ਆਧਾਰ ਨੂੰ ਮਤਲਬ ਬੈੱਡ ਨੂੰ ਭਾਰੀ ਬਣਾਇਆ ਜਾਂਦਾ ਹੈ। ਲੇਥ ਵਿੱਚ ਛਿੱਲਣਾ ਅਤੇ ਸ਼ੀਤਕ ਦਰਵ ਦੇ ਲਈ ਸੰਯੁਕਤ ਟਰੇ ਵੀ ਲੱਗੀ ਹੁੰਦੀ ਹੈ ਤਾਂ ਜਿਹੜਾ ਲਿਕੁਇਡ ਵਗੈਰਾ ਨਿਕਲਦਾ ਜਾਂ ਤੁਹਾਡੀ ਚਿਪਸ ਨਿਕਲਦੀਆਂ ਨੇ, ਰਿਮੂਵ ਹੁੰਦੀਆਂ ਨੇ, ਉਹਨਾਂ ਨੂੰ ਇਕੱਠੇ ਕਰਨ ਦੀ ਇੱਕ ਬੈੱਡ ਦੇ ਉੱਪਰ ਟਰੇ ਲੱਗ ਜਾਂਦੀ ਹੈ ਜਿਹੜੀ ਨੂੰ ਕਲੈਕਟ ਕਰ ਲੈਂਦੀ ਹੈ। ਤਾਂ ਇਹ ਕਾਫੀ ਭਾਰੀ ਹੁੰਦਾ ਤਾਂ ਜੋ ਲੇਥ ਤੁਹਾਡੀ ਸਟੇਬਲ ਰਹੇ। ਜ਼ਿਆਦਾਤਰ ਲੇਥ ਮਸ਼ੀਨਾਂ ਦੇ ਬੈੱਡ ਢਲਵੇਂ ਲੋਹੇ ਮਤਲਬ ਕਾਸਟ ਆਇਰਨ ਦੇ ਬਣੇ ਹੁੰਦੇ ਹਨ। ਇਸ ਵਿੱਚ ਲੇਥ ਮਸ਼ੀਨ ਉੱਤੇ ਕੰਮ ਕਰਨ ਦੇ ਲਈ ਲੋੜੀਂਦਾ ਉਚਾਈ ਵੀ ਮਿਲ ਜਾਂਦੀ ਹੈ। ਅਤੇ ਜਿਹੜੀ ਉਚਾਈ ਹੈ ਜਿੱਥੇ ਆਪਾਂ ਕੰਮ ਕਰਨਾ, ਜੇ ਆਪਾਂ ਚਾਹੁੰਦੇ ਆਪਣੇ ਬਿਲਕੁਲ ਬਾਹਾਂ ਦੇ ਬਰਾਬਰ ਜੇ ਹੋਵੇ ਹੱਥਾਂ ਦੇ, ਤਾਂ ਉਹ ਉਚਾਈ ਵੀ ਤੁਹਾਨੂੰ ਬੈੱਡ ਦੇ ਨਾਲ ਮਿਲ ਜਾਂਦੀ ਹੈ। ਇਹ ਲੇਥ ਬੈੱਡ ਹੈਗਾ। ਇੱਧਰ ਹੈੱਡ ਸਟਾਕ ਲੱਗਿਆ ਹੁੰਦਾ ਜਿਸ ਤੁਹਾਨੂੰ ਪਹਿਲਾਂ ਹੀ ਦੱਸਿਆ ਮੈਂ। ਉਸ ਤੋਂ ਬਾਅਦ ਆਉਂਦਾ ਬੈੱਡ ਬੇਸ। ਇਹ ਬੈੱਡ ਬੇਸ ਕੀ ਹੁੰਦੇ ਨੇ, ਬੈੱਡ ਦੇ ਉੱਤੇ ਪਾਥ ਬਣੇ ਹੁੰਦੇ ਨੇ ਇੱਕ ਤਰ੍ਹਾਂ ਦੇ। ਆਧਾਰ ਪੱਥ ਦਾ ਪ੍ਰਯੋਗ ਖਰਾਦ ਮਸ਼ੀਨ ਉੱਪਰ ਲੱਗਣ ਵਾਲੇ ਉਪਸਾਧਨ ਜਾਂ ਪੁਰਜਿਆਂ ਨੂੰ ਅੱਗੇ ਪਿੱਛੇ ਕਰਨ ਦੇ ਲਈ ਵਰਤਿਆ ਜਾਂਦਾ ਹੈ। ਮਤਲਬ ਇਹਨੂੰ ਬੈੱਡ ਬੇਸ ਕਹਿੰਦੇ ਨੇ। ਜਿਸ ਤਰ੍ਹਾਂ ਦੇਖ ਰਹੇ ਹੋ ਆਹ ਵਾਲੇ, ਤਾਂ ਜਿੱਥੇ ਟੇਲ ਸਟਾਕ ਰੱਖਣਾ ਉਹਨੂੰ ਸਲਾਈਡ ਕਰਨਾ, ਲੈਫਟ ਰਾਈਟ ਮੂਵ ਕਰਨਾ, ਤਾਂ ਉਹ ਤੁਹਾਨੂੰ ਬੈੱਡ ਬੇਸ ਦੀ ਮਦਦ ਨਾਲ ਤੁਸੀਂ ਸਲਾਈਡ ਕਰ ਸਕਦੇ ਹੋ ਇਹਦੇ ਉੱਪਰ। ਜਾਂ ਕੈਰੇਜ ਮੂਵ ਕਰਦਾ ਉਹ ਇਹਦੇ ਉੱਪਰ ਸਲਾਈਡ ਕਰਦਾ ਗਾ, ਜਾਂ ਟੇਲ ਸਟਾਕ ਮੂਵ ਕਰਦਾ ਉਹ ਵੀ ਇਹਦੇ ਉੱਪਰ ਸਲਾਈਡ ਕਰਦਾ ਗਾ। ਠੀਕ ਹੈ, ਲੈਫਟ ਜਾਂ ਰਾਈਟ ਤੁਹਾਡੇ ਜਦੋਂ ਤੁਸੀਂ ਲੇਥ ਦੇ ਉੱਪਰ ਖੜੇ ਹੋਵੋਗੇ ਤਾਂ ਉਹ ਬੈੱਡ ਬੇਸ ਹੁੰਦੇ ਨੇ। ਬੈੱਡ ਬੇਸ ਆਮ ਤੌਰ 3 ਪ੍ਰਕਾਰ ਦੇ ਹੁੰਦੇ ਨੇ।
ਨੰਬਰ 1 ਤੇ ਫਲੈਟ ਬੈੱਡ ਵੇਜ਼, ਚਪਟੇ, ਮਤਲਬ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਫਲੈਟ ਨੇ, ਪਲੇਨ ਨੇ ਉੱਤੇ। ਠੀਕ ਹੈ ਜੀ, ਆਹ ਵਾਲਾ ਦੇਖੋ ਬਿਲਕੁਲ ਪਲੇਨ ਆ। ਨੰਬਰ 2 ਤੇ ਵੀ ਬੈੱਡ, ਦੇਖ ਰਹੇ ਹੋ ਇੱਥੇ ਵੀ ਸ਼ੇਪ ਬਣੀ ਹੋਈ ਹੈ। ਠੀਕ ਹੈ ਜੀ, ਇਹ ਵਾਲੀ ਵੀ ਸ਼ੇਪ ਬਣੀ ਹੈ, ਇਹ 20 ਪ੍ਰਕਾਰ ਦੇ ਬੈੱਡ ਹੋ ਗਏ। ਠੀਕ ਹੈ, ਤੀਜੇ ਹੋ ਗਏ ਕੰਬੀਨੇਸ਼ਨ, ਮਤਲਬ ਇਹ ਜਿਹੜਾ ਬੈੱਡ ਸ਼ੋ ਹੋ ਰਿਹਾ ਇਹ ਕੰਬੀਨੇਸ਼ਨ ਬੈੱਡ ਆ, ਮਤਲਬ ਇਹ ਫਲੈਟ ਵੀ ਆ ਤੇ ਵੀ ਆ, ਦੋਨੇ ਨੇ, ਵੀ ਹੈਗਾ ਤੇ ਫਲੈਟ ਵੀ ਹੈਗਾ, ਉਹਨੂੰ ਕਹਿੰਦੇ ਨੇ ਕੰਬੀਨੇਸ਼ਨ ਬੈੱਡ। ਇੱਥੇ ਦੇਖ ਸਕਦੇ ਤੁਸੀਂ। ਠੀਕ ਹੈ, ਇਹ ਵੀ ਸ਼ੇਪ ਦਾ ਹੀ ਬਣਿਆ ਹੋਇਆ, ਵੀ ਗਾਈਡ ਵੀ ਹੈਗਾ ਤੇ ਫਲੈਟ ਗਾਈਡ ਵੀ ਹੈਗਾ, ਦੋਨੇ ਹੈਗੇ ਆ, ਤਾਂ ਇਹਨਾਂ ਨੂੰ ਕਹਿੰਦੇ ਨੇ ਕੰਬਾਈਨਡ ਬੈੱਡ ਬੇਸ। ਵੀ ਲੱਗੇ ਨੇ ਤੇ ਫਲੈਟ ਵੀ ਲੱਗੇ। ਉਸ ਤੋਂ ਬਾਅਦ ਆਉਂਦਾ ਕੈਰੇਜ। ਕੈਰੇਜ ਨੂੰ ਮੈਂ ਪਹਿਲਾਂ ਹੀ ਦੱਸਿਆ, ਜਿਵੇਂ ਸੈਂਟਰ ਦੇ ਵਿੱਚ ਹੁੰਦਾ ਕੈਰੇਜ, ਖੱਬੇ ਪਾਸੇ ਹੈਡ ਸਟਾਕ, ਸੱਜੇ ਪਾਸੇ ਟੇਲ ਸਟਾਕ, ਵਿਚਾਲੇ ਹੁੰਦਾ ਕੈਰੇਜ। ਕੈਰੇਜ ਖਰਾਦ ਮਸ਼ੀਨ ਦਾ ਉਹ ਭਾਗ ਹੈ ਜੋ ਹੈਡ ਸਟਾਕ ਦੇ ਵਿਚਕਾਰ ਬੈਂਡ ਉੱਤੇ ਬਣੇ ਬੈੱਡ ਪਾਥ ਦੇ ਅੱਗੇ ਪਿੱਛੇ ਸਲਾਈਡ ਕਰਦਾ ਹੈ। ਕੈਰੇਜ ਦਾ ਪ੍ਰਯੋਗ ਟੂਲਾਂ ਨੂੰ ਫੜਨ ਦੇ ਲਈ ਜਾਂ ਚਲਾਉਣ ਦੇ ਲਈ ਕੀਤਾ ਜਾਂਦਾ ਹੈ। ਕੈਰੇਜ ਨੂੰ ਜ਼ਰੂਰਤ ਅਨੁਸਾਰ ਖਰਾਦ ਮਸ਼ੀਨ ਦੇ ਕਿਸੇ ਥਾਂ ਤੇ ਲੌਕ ਵੀ ਕੀਤਾ ਜਾ ਸਕਦਾ ਹੈ। ਕੈਰੇਜ ਦੇ ਦੋ ਮੇਨ ਪਾਰਟ ਹੁੰਦੇ ਨੇ, ਐਪਰਨ ਤੇ ਸੈਡਲ। ਇਹ ਕੈਰੇਜ ਹੈਗਾ ਸੈਂਟਰ ਵਾਲਾ। ਇਹ ਵਾਲਾ ਕੀ ਹੈ, ਐਪਰਨ ਆ, ਜਿਹਦੇ ਵਿੱਚ ਉਹਦਾ ਕੰਟਰੋਲ ਮੈਕੈਨਿਜ਼ਮ ਲੱਗਿਆ। ਮਤਲਬ ਹੁਣ ਤੁਸੀਂ ਧਿਆਨ ਦਿਓ, ਇਹ ਸੈਡਲ ਹੈਗਾ, ਸੈਡਲ ਐਚ ਸ਼ੇਪ ਦਾ ਹੁੰਦਾ, ਦੇਖੋ ਐਚ ਬਣੀ ਹੋਈ ਹੈ ਨਾ। ਠੀਕ ਹੈ, ਮਤਲਬ ਇਹ ਐਚ ਸ਼ੇਪ ਦਾ ਹੁੰਦਾ, ਤੇ ਇੱਥੇ ਤੁਹਾਨੂੰ ਐਲ ਕੀ ਦੇ ਨਾਲ ਵੀ ਸ਼ੇਪ ਤੇ ਬੁਸ਼ ਲੱਗਿਆ ਹੋਇਆ, ਜਿਹਦੇ ਉੱਪਰ ਇਹ ਲੈਫਟ ਰਾਈਟ ਸਲਾਈਡ ਕਰਦਾ। ਸੈਡਲ ਦੇ ਉੱਪਰ ਇਹ ਕ੍ਰਾਸ ਸਲਾਈਡ ਲੱਗੀ ਹੋਈ ਹੈ, ਆਹ ਵਾਲੀ ਜਿੱਥੇ ਮੇਰਾ ਐਰੋ ਜਾ ਰਿਹਾ, ਇਹ ਕ੍ਰਾਸ ਸਲਾਈਡ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਵੀ ਜਿਹੜਾ ਹੈਗਾ ਉਹ ਇੱਕ ਸਲੋਟ ਵੀ ਟਾਈਪ ਦਾ ਸਲੋਟ ਬਣਿਆ ਹੋਇਆ, ਤਾਂ ਜਿਹੜੀ ਕ੍ਰਾਸ ਸਲਾਈਡ ਆ ਉਹ ਐਵੇਂ ਲੈਫਟ ਰਾਈਟ ਇੱਧਰ ਨੂੰ ਮੂਵ ਕਰਦੀ ਹੈਗੀ, ਆਪੋਜ਼ਿਟ ਡਾਇਰੈਕਸ਼ਨ 'ਚ, ਸੌਰੀ ਆਪੋਜ਼ਿਟ ਨਹੀਂ, ਪਰਪੈਂਡੀਕੂਲਰ ਡਾਇਰੈਕਸ਼ਨ 'ਚ ਸੈਡਲ ਦੇ। ਸੈਡਲ ਬੈੱਡ ਦੇ ਉੱਪਰ ਮੂਵ ਕਰਦਾ ਹੈਗਾ। ਇਹਦੇ ਉੱਪਰ ਕੰਪਾਊਂਡ ਰੈਸਟ ਲੱਗਿਆ ਹੋਇਆ, ਇਹ ਵਾਲਾ ਤੁਹਾਨੂੰ ਗਲਤ ਬੋਲ ਦਿਖ ਰਿਹਾ, ਅੱਗੇ ਆਪਾਂ ਡਿਟੇਲ ਵਿੱਚ ਕਰਾਂਗੇ। ਕੰਪਾਊਂਡ ਰੈਸਟ ਦੇ ਉੱਪਰ ਤੁਹਾਡਾ ਟੂਲ ਸਲਾਈਡ, ਟਾਪ ਸਲਾਈਡ ਲੱਗੀ ਹੋਈ ਹੈ, ਤੇ ਉਹਦੇ ਉੱਪਰ ਟੂਲ ਪੋਸਟ ਲੱਗਿਆ ਹੋਇਆ। ਤਾਂ ਐਪਰਨ ਦਾ ਹੀ ਕੰਮ ਹੁੰਦਾ ਮੇਨ, ਜੋ ਉਹਦਾ ਕੰਟਰੋਲਿੰਗ ਮੈਕੈਨਿਜ਼ਮ ਆ, ਜਿਹੜਾ ਮੂਵਮੈਂਟ ਕਰਾਉਂਦਾ, ਉਹ ਸਾਰਾ ਐਪਰਨ ਦੇ ਵਿੱਚ ਹੁੰਦਾ। ਤਾਂ ਐਪਰਨ ਕੀ ਹੁੰਦਾ, ਲੇਥ ਵਿੱਚ ਇੱਕ ਸਕਰਿਊ ਅਤੇ ਫੀਡ ਰੋਡ ਦੀ ਘੂਰਨ ਗਤੀ ਨੂੰ ਲੰਬਾਈ ਦੀ ਗਤੀ ਵਿੱਚ ਬਦਲਣ ਦੇ ਲਈ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ। ਐਪਰਨ ਨੂੰ ਬੈਟਰੀ ਦੀ ਸਹਾਇਤਾ ਨਾਲ ਸੈਡਲ ਦੇ ਸਾਹਮਣੇ ਲਗਾਇਆ ਜਾਂਦਾ ਹੈ। ਇਸ ਵਿੱਚ ਲੱਗੇ ਮੈਕੈਨਿਜ਼ਮ ਆਮ ਤੌਰ ਤੇ ਕੈਰੇਜ ਨੂੰ ਚਲਾਉਣ ਅਤੇ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਬੇਸਿਕਲੀ ਐਪਰਨ ਦਾ ਕੀ ਕੰਮ ਆ, ਕੈਰੇਜ ਦੇ ਮੈਕੈਨਿਜ਼ਮ ਨੂੰ ਕੰਟਰੋਲ ਕਰਨਾ ਤੇ ਉਹਨੂੰ ਚਲਾਉਣਾ, ਕੈਰੇਜ ਨੂੰ ਮੂਵ ਕਰਨਾ, ਲੈਫਟ ਰਾਈਟ, ਕੁਛ ਵੀ ਜਿਹੜੀ ਮੂਵਮੈਂਟ ਆ ਕੈਰੇਜ ਦੀ, ਉਹ ਸਾਰੀ ਐਪਰਨ ਥਰੂ ਹੁੰਦੀ ਹੈ। ਤਾਂ ਐਪਰਨ ਦੇ ਵਿੱਚ ਕੀ ਕੀ ਲੱਗਿਆ ਹੁੰਦਾ, ਟਰਾਂਸਵਾਸਿੰਗ ਹੈਂਡ ਵੀਲ, ਜਿਹਦੇ ਨਾਲ ਤੁਸੀਂ ਕੈਰੇਜ ਨੂੰ ਲੈਫਟ ਰਾਈਟ ਮੂਵ ਕਰਾ ਸਕਦੇ ਹੋ। ਫੀਡ ਲੀਵਰ, ਜਿਹਦੇ ਨਾਲ ਤੁਸੀਂ ਟੂਲ ਨੂੰ ਅੱਗੇ ਨੂੰ ਵਧਾ ਸਕਦੇ ਹੋ, ਮਤਲਬ ਮਟੀਰੀਅਲ ਦੇ ਵਿੱਚ ਘੁਸਣਾ ਟੂਲ ਨੇ, ਪਰਪੈਂਡੀਕੂਲਰ ਡਾਇਰੈਕਸ਼ਨ ਮੂਵ ਕਰਨਾ। ਫੀਡ ਸਿਲੈਕਟਰ, ਫੀਡ ਸਿਲੈਕਟ ਕਰਨੀ ਵੀ ਹਰ ਕਿੰਨੀ ਇੱਕ ਚੱਕਰ ਬਾਅਦ ਕਿੰਨੀ ਫੀਡ ਇਨਕਰੀਜ਼ ਹੋਵੇ। ਠੀਕ ਹੈ, ਤੇ ਦੂਜਾ ਲੈਡ ਸਕਰਿਊ ਇੰਗੇਜਮੈਂਟ ਲੀਵਰ, ਤੁਸੀਂ ਚੂੜੀਆਂ ਵਗੈਰਾ ਪਾਉਣੀਆਂ ਨੇ, ਉਹ ਵੀ ਤੁਹਾਡੀ ਸੈਟਿੰਗ ਜਿਹੜੀ ਇੱਥੋਂ ਤੁਹਾਡੀ ਐਪਰਨ ਦੇ ਵਿੱਚੋਂ ਹੀ ਹੁੰਦੀ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸੈਡਲ ਦੀ। ਸੈਡਲ ਇੱਕ ਐਚ ਆਕਾਰ ਦੀ ਕਾਸਟਿੰਗ ਵਿੱਚ ਬਣਾਇਆ ਜਾਂਦਾ ਹੈ, ਜਿਸ ਦੇ ਹੇਠਾਂ ਵਾਲੇ ਫੇਸ ਵਿੱਚ ਖਰਾਦ ਮਸ਼ੀਨ ਦੇ ਆਧਾਰ ਦੇ ਨਾਲ ਵੀ ਗ੍ਰਾਈਂਡਸ ਬਣਾਏ ਜਾਂਦੇ ਹਨ, ਤੇ ਮਸ਼ੀਨ ਉਪਸਾਧਨਾਂ ਨੂੰ ਲਗਾਉਣ ਅਤੇ ਸਕਰਾਉਣ ਦੇ ਲਈ ਸੈਡਲ ਦਾ ਪ੍ਰਯੋਗ ਕੀਤਾ ਜਾਂਦਾ ਹੈ। ਸੈਡਲ ਕੀ ਕਰਦਾ, ਬੈੱਡ ਵੇਜ਼ ਦੇ ਉੱਪਰ ਇਹਦੇ ਵੀ ਸ਼ੇਪ ਬਣੇ ਹੁੰਦੇ, ਥੱਲੋਂ ਬੈੱਡ ਦੇ ਉੱਪਰ ਸਲਾਈਡ ਕਰਦਾ ਲੈਫਟ ਰਾਈਟ। ਜਦੋਂ ਤੁਸੀਂ ਲੇਖ 'ਤੇ ਕੰਮ ਕਰਦੇ ਹੋ ਤਾਂ ਲੈਫਟ ਰਾਈਟ ਮੂਵ ਕੈਰੇਜਿੰਗ ਕਰਾਉਣ ਲਈ ਸੈਡਲ ਦੀ ਵਰਤੋਂ ਹੋਈ ਹੈ। ਸੈਡਲ 'ਚ ਮੇਨ 3 ਪਾਰਟ ਹੁੰਦੇ ਆ, ਕ੍ਰਾਸ ਸਲਾਈਡ, ਕੰਪਾਊਂਡ ਰੈਸਟ ਤੇ ਟਾਪ ਸਲਾਈਡ। ਸਭ ਤੋਂ ਪਹਿਲਾਂ ਆਉਂਦੇ ਕ੍ਰਾਸ ਸਲਾਈਡ। ਇਹ ਵਾਲੀ ਕੀ ਹੈ, ਇਹ ਤਾਂ ਤੁਹਾਡਾ ਸੈਡਲ ਹੋ ਗਿਆ, ਆ ਸਾਰਾ ਸੈਡਲ ਬਲੌਕ ਆ, ਇਹਦੇ ਉੱਪਰ ਇਹ ਕ੍ਰਾਸ ਸਲਾਈਡ ਲੱਗੀ ਹੋਈ ਹੈ। ਆਹ ਦੇਖ ਲਓ ਤੁਸੀਂ, ਇੱਥੇ ਸਲੌਟ ਕੱਟਿਆ ਹੋਇਆ ਵੀ ਸ਼ੇਪ 'ਚ। ਇਹ ਜਿੱਧਰ ਨੂੰ ਮੇਰਾ ਐਰੋ ਸ਼ੋ ਕਰ ਰਿਹਾ ਵਾਲਾ, ਇਹ ਟਾਪ ਸਲਾਈਡ ਕੀ ਕਰਦੀ ਹੈ, ਸੌਰੀ ਕ੍ਰਾਸ ਸਲਾਈਡ ਕੀ ਕਰਦੀ ਆ, ਸੈਡਲ ਦੇ ਉੱਪਰ ਐਵੇਂ ਮੂਵ ਕਰਦੀ ਆ ਐਰੋ ਦੀ ਡਾਇਰੈਕਸ਼ਨ 'ਚ। ਸੈਡਲ ਕੀ ਮੂਵ ਕਰੂਗਾ, ਇਸ ਡਾਇਰੈਕਸ਼ਨ 'ਚ ਮੂਵ ਕਰੂ, ਜਿਹਨੂੰ ਮੈਂ ਐਰੋ ਜਾ ਰਿਹਾ ਲੈਫਟ ਰਾਈਟ ਮੂਵ ਕਰੂਗਾ, ਪਰ ਜਿਹੜੀ ਕ੍ਰਾਸ ਸਲਾਈਡ ਆ ਉਹ ਪਰਪੈਂਡੀਕੂਲਰ ਮੂਵ ਕਰੂਗੀ ਤੁਹਾਡੇ ਸੈਡਲ ਦੇ ਉੱਪਰ। ਠੀਕ ਹੈ ਜੀ, ਸੈਡਲ ਦੇ ਉੱਪਰ ਕ੍ਰਾਸ ਸਲਾਈਡ ਲੱਗਿਆ ਰਹਿੰਦਾ ਹੈ, ਇਹ ਕਟਿੰਗ ਟੂਲ ਨੂੰ ਗਤੀ ਦਿੰਦਾ ਹੈ।
ਹੁਣ ਕਟਿੰਗ ਟੂਲ ਨੂੰ ਜਦੋਂ ਮਟੀਰੀਅਲ ਵਿੱਚ ਘੁੱਸਦਾ ਗਾ ਉਹ ਤਾਂ ਹੀ ਘੁੱਸੂਗਾ ਜੇ ਉੱਧਰ ਨੂੰ ਮਟੀਰੀਅਲ ਵੱਲ ਨੂੰ ਜਾਊਗਾ। ਉਹਨੂੰ ਕੌਣ ਦਿੰਦਾ ਗਤੀ? ਕ੍ਰਾਸ ਥ੍ਰੈਡ। ਇਹ ਆਧਾਰ ਦੇ ਲੰਬਵਰ ਤੇ ਲਗਾਇਆ ਜਾਂਦਾ ਹੈ, ਠੀਕ ਹੈ ਜੀ। ਜਿੱਧਰ ਨੂੰ ਆਧਾਰ ਆ ਉਹਦੇ ਪਰਪੈਂਡੀਕੂਲਰ ਡਾਇਰੈਕਸ਼ਨ 'ਚ ਜਾਂਦਾ, ਉਲਟ ਦਿਸ਼ਾ 'ਚ ਜਾਂਦਾ, ਮਤਲਬ ਉਲਟ ਨਹੀਂ, ਪਰਪੈਂਡੀਕੂਲਰ ਡਾਇਰੈਕਸ਼ਨ 'ਚ। ਅਤੇ ਹੈਂਡਲ ਦੀ ਸਹਾਇਤਾ ਨਾਲ ਚੂੜੀ ਵਾਲੇ ਸਪਿੰਡਲ ਦੇ ਅੱਗੇ ਪਿੱਛੇ ਚਲਾਇਆ ਜਾਂਦਾ ਹੈ। ਹੈੱਡ ਵੀਲ ਦੇ ਲੱਗੇ ਅਕਾਸਤਿਕ ਕਾਲਰ, ਗ੍ਰੈਜੂਏਟ ਕਾਲਰ ਕਹਿੰਦੇ ਇਹਨਾਂ ਨੂੰ, ਦੇ ਆਰ ਪਾਰ ਸਲਾਈਡ ਦੀ ਮਹੀਨ ਗਤੀ ਫਾਈਨ ਮੂਵਮੈਂਟ ਨੂੰ ਵੀ ਸੈੱਟ ਕਰਨ ਵਿੱਚ ਸਹਾਇਤਾ ਮਿਲਦੀ ਹੈ। ਆਪਾਂ ਇੱਕ ਇਹਦੇ ਹੋਰ ਲੀਵਰ ਲੱਗਿਆ ਹੁੰਦਾ ਜਿਹਦੇ ਨਾਲ ਆਪਾਂ ਇਹਨੂੰ ਫਾਈਨ ਮੂਵਮੈਂਟ ਕਰ ਸਕਦੇ ਹਾਂ, ਬਿਲਕੁਲ ਹੌਲੀ ਹੌਲੀ ਮੂਵਮੈਂਟ। ਆਪਾਂ ਜਿਵੇਂ ਆਪਣਾ ਵਰਨੀਅਰ ਹਾਈਟ ਗੇਜ 'ਚ ਹੁੰਦਾ ਗਾ, ਤੁਸੀਂ ਦੇਖਿਆ ਹੋਣਾ, ਇੱਕ ਫਾਈਨ ਐਡਜਸਟਮੈਂਟ ਹੁੰਦੀ ਆ, ਉਵੇਂ ਇਹਦੇ ਵਿੱਚ ਵੀ ਇੱਕ ਫਾਈਨ ਮੂਵਮੈਂਟ ਹੁੰਦੀ ਆ ਕ੍ਰਾਸ ਸਾਈਡ 'ਚ। ਮਤਲਬ ਇਹ ਜਿਹਨੂੰ ਬਲੂ ਐਰੋ ਲੱਗਿਆ ਇਸ ਡਾਇਰੈਕਸ਼ਨ 'ਚ ਮੂਵ ਕਰਦਾ। ਉਸ ਤੋਂ ਬਾਅਦ ਆ ਜਾਂਦਾ ਕੰਪਾਊਂਡ ਰੈਸਟ। ਇਹਦੇ ਉੱਪਰ ਕੀ ਲੱਗਿਆ ਹੋਇਆ ਇੱਥੇ ਦੇਖ ਰਹੇ ਹੋ ਤੁਸੀਂ, ਜਿੱਥੇ ਮੇਰਾ ਐਰੋ ਆ, ਮਾਊਸ ਆ, ਕ੍ਰਾਸ ਸਲਾਈਡ ਦੇ ਉੱਪਰ ਕੀ ਲੱਗਿਆ ਹੋਇਆ? ਕੰਪਾਊਂਡ ਰੈਸਟ। ਆਹ ਵਾਲਾ ਕੰਪਾਊਂਡ ਰੈਸਟ ਰੈੱਡ ਕਲਰ ਦਾ ਕੰਪਾਊਂਡ ਰੈਸਟ, ਇਸ ਨੂੰ ਕੰਪਾਊਂਡ ਰੈਸਟ ਵੀ ਕਹਿੰਦੇ ਹਨ। ਕੰਪਾਊਂਡ ਰੈਸਟ ਆਮ ਤੌਰ ਤੇ ਕ੍ਰਾਸ ਸਲਾਈਡ ਦੇ ਉੱਪਰ ਲੱਗਿਆ ਹੁੰਦਾ ਹੈ, ਇਸ ਦੇ ਨਾਲ ਕਟਿੰਗ ਟੂਲ ਜੌਬ ਦੇ ਐਕਸਿਸ ਦੇ ਨਾਲ ਕਿਸੇ ਵੀ ਕੋਣ ਉੱਤੇ ਚਲਾਇਆ ਜਾ ਸਕਦਾ ਹੈ। ਇਸ ਨੂੰ 360 ਡਿਗਰੀ ਤੱਕ ਘੁਮਾਇਆ ਜਾ ਸਕਦਾ ਹੈ। ਤੁਸੀਂ ਇਹਦਾ ਐਂਗਲ ਸੈੱਟ ਕਰਨਾ, ਟੂਲ ਦਾ ਫੇਸਿੰਗ ਕਰਨੀ ਹੈ ਜਾਂ ਟਰਨਿੰਗ ਕਰਨੀ ਹੈ ਤਾਂ ਉਹਦੇ ਲਈ ਤੁਹਾਨੂੰ ਐਂਗਲ ਸੈੱਟ ਕਰਨਾ ਪੈਂਦਾ। ਉਹ ਤੁਹਾਨੂੰ ਕਿੱਥੋਂ ਹੋਊਗਾ? ਕੰਪਾਊਂਡ ਰੈਸਟ ਦੇ ਉੱਪਰ। ਇਹ ਤੋਂ ਕੰਪਾਊਂਡ ਰੈਸਟ ਹੈ ਉਹ ਕਿਸੇ ਵੀ ਐਂਗਲ ਤੇ ਤੁਸੀਂ ਸੈੱਟ ਕਰ ਸਕਦੇ ਹੋ। ਤੇ ਜਿਹੜਾ ਇਹ ਲੱਗਿਆ ਹੋਇਆ ਤੇ ਬਲੈਕ ਕਲਰ ਦਾ, ਇਹ ਟਾਪ ਸਲਾਈਡ ਹੈ ਕਰਨ ਦੀ। ਧਿਆਨ ਨਾਲ ਦੇਖੋ ਤੁਸੀਂ, ਜਿੱਥੇ ਮੇਰਾ ਹੁਣ ਐਰੋ ਆ, ਠੀਕ ਹੈ, ਇਹ ਟਾਪ ਸਲਾਈਡ ਵੀ ਕੰਪਾਊਂਡ ਰੈਸਟ ਦੇ ਵਿੱਚ ਲੈਫਟ ਰਾਈਟ ਮੂਵ ਕਰ ਸਕਦੀ ਹੈ, ਇਸ ਡਾਇਰੈਕਸ਼ਨ 'ਚ ਮੂਵ ਕਰ ਸਕਦੀ ਹੈ, ਠੀਕ ਹੈ। ਆਹ ਦੇਖੋ ਇਹਦੇ ਸਲੋਟ ਬਣੇ ਹੋਏ ਨੇ, ਕੰਪਾਊਂਡ ਰੈਸਟ ਦੇ ਵਿੱਚ ਸਲੋਟ ਬਣੇ ਹੋਏ ਨੇ, ਇਹ ਇੱਧਰ ਨੂੰ ਮੂਵ ਕਰ ਸਕਦੇ, ਐਡਜਸਟਮੈਂਟ ਆਪਾਂ ਇਹਦੀ ਕਰ ਸਕਦੇ ਹਾਂ। ਟਾਪ ਸਲਾਈਡ ਆਮ ਤੌਰ ਤੇ ਕੰਪਾਊਂਡ ਰੈਸਟ ਦੇ ਉੱਪਰ ਲੱਗਿਆ ਹੁੰਦਾ ਹੈ। ਇਹ ਕਟਿੰਗ ਟੂਲ ਨੂੰ ਫੜਨ ਵਾਲੇ ਟੂਲ ਪੋਸਟ ਨੂੰ ਸਹਾਰਾ ਦਿੰਦੀ ਹੈ। ਹੁਣ ਟਾਪ ਸਲਾਈਡ ਦੇ ਉੱਪਰ ਕੀ ਲੱਗਿਆ ਹੁੰਦਾ? ਟੂਲ ਪੋਸਟ, ਜਿਹਦੇ ਵਿੱਚ ਟੂਲ ਤੁਸੀਂ ਫੜਨਾ। ਅਤੇ ਉੱਪਰ ਵਾਲੀ ਸਲਾਈਡ ਆਮ ਤੌਰ ਤੇ ਕਟਿੰਗ ਟੂਲ ਦੇ ਲਈ ਸੀਮਿਤ ਗਤੀ ਦਿੰਦੀ ਹੈ। ਕੰਪਾਊਂਡ ਰੈਸਟ ਨੂੰ ਘੁਮਾ ਕੇ ਉੱਪਰ ਵਾਲੀ ਸਲਾਈਡ ਨੂੰ ਕ੍ਰਾਸ ਸਲਾਈਡ ਦੇ ਕਿਸੇ ਵੀ ਨਿਸ਼ਚਿਤ ਕੋਣ ਉੱਪਰ ਸੈੱਟ ਕੀਤਾ ਜਾ ਸਕਦਾ ਹੈ। ਮਤਲਬ ਹਰ ਮੂਵਮੈਂਟ ਹੈਗੀ, ਸਭ ਤੋਂ ਪਹਿਲਾਂ ਸੈਡਲ ਆ, ਸੈਡਲ ਦੇ ਉੱਪਰ ਕ੍ਰਾਸ ਸਲਾਈਡ ਆ, ਇੱਥੇ ਵਾਰ ਕਰਦੇ ਨੇ। ਸਭ ਤੋਂ ਪਹਿਲਾਂ ਕੀ ਹੈ? ਸੈਡਲ ਆ, ਸੈਡਲ ਦੇ ਉੱਪਰ ਕੀ ਲੱਗਿਆ ਹੋਇਆ? ਕ੍ਰਾਸ ਸਲਾਈਡ ਆ, ਜਿਹੜੀ ਇਸ ਡਾਇਰੈਕਸ਼ਨ ਮੂਵ ਕਰਦੀ ਹੈ। ਕ੍ਰਾਸ ਸਲਾਈਡ ਦੇ ਉੱਪਰ ਜਿਵੇਂ ਗੋਲ ਸਰਕਲ ਬਣਿਆ, ਇਹਦੇ ਉੱਪਰ ਲੱਗਦਾ ਕੰਪਾਊਂਡ ਰੈਸਟ, ਠੀਕ ਹੈ ਜੀ। ਇਹ ਵਾਲਾ ਕੰਪਾਊਂਡ ਰੈਸਟ ਲੱਗ ਜਾਂਦਾ, ਜਿਹਨੂੰ ਸਵੀਵਲ ਬੇਸ ਵੀ ਕਹਿੰਦੇ ਆ। ਇਹਦੇ ਉੱਪਰ ਵੀ ਦੇਖੋ ਤੁਸੀਂ V ਸਲੋਟ ਬਣਿਆ, ਇਹਦੇ ਉੱਪਰ ਲੱਗ ਜਾਂਦਾ ਟਾਪ ਸਲਾਈਡ, ਜੋ ਕਿ ਇਸ ਡਾਇਰੈਕਸ਼ਨ ਸਲਾਈਡ ਕਰ ਸਕਦੀ ਹੈ। ਟਾਪ ਸਾਈਡ ਦੇ ਉੱਪਰ ਲੱਗ ਜਾਂਦਾ ਟੂਲ ਪੋਸਟ, ਜਿਹਦੇ ਵਿੱਚ ਤੁਸੀਂ ਟੂਲ ਫੜਨਾ ਹੈ। ਤਾਂ ਸੈਡਲ ਦੇ ਉੱਪਰ ਕ੍ਰਾਸ ਸਲਾਈਡ ਦੇ ਉੱਤੇ ਕੰਪਾਊਂਡ ਰੈਸਟ ਦੇ ਉੱਤੇ ਟਾਪ ਸਲਾਈਡ ਦੇ ਉੱਤੇ ਤੁਹਾਡਾ ਟੂਲ ਪੋਸਟ। ਤਾਂ ਇਹ ਕੰਪਲੀਟ ਕੀ ਬਣ ਜਾਂਦਾ? ਕੈਰੇਜ। ਤਾਂ ਟੂਲ ਪੋਸਟ ਇੱਕ ਅਜਿਹਾ ਸਾਧਨ ਹੈ ਜੋ ਕਟਿੰਗ ਟੂਲ ਨੂੰ ਮਜ਼ਬੂਤੀ ਨਾਲ ਫੜਨ ਵਿੱਚ ਸਹਾਇਤਾ ਦਿੰਦਾ ਹੈ। ਟੂਲ ਪੋਸਟ ਆਮ ਤੌਰ ਤੇ ਟਾਪ ਸਲਾਈਡ ਦੇ ਉੱਪਰ ਲੱਗਿਆ ਰਹਿੰਦਾ ਹੈ। ਤਾਂ ਟੂਲ ਪੋਸਟ ਕੀ ਕਰਦੇ? ਜਿਹੜਾ ਟੂਲ ਨੂੰ ਫੜਦਾ। ਹੁਣ ਟੂਲ ਪੋਸਟ ਦੋ ਤਰ੍ਹਾਂ ਦੇ ਹੁੰਦੇ ਨੇ, ਠੀਕ ਹੈ। ਇੱਕ ਹੁੰਦਾ ਸਿੰਗਲ ਵੇ ਟੂਲ ਪੋਸਟ, ਸਿਰਫ ਇਹ 'ਚ ਇੱਕ ਹੀ ਟੂਲ ਫੜਿਆ ਜਾਂਦਾ। ਸਿੰਗਲ ਵੇ ਮਤਲਬ ਇੱਕ ਹੀ ਟੂਲ ਫੜਿਆ ਜਾਂਦਾ। ਸਿੰਗਲ ਵੇ ਟੂਲ ਪੋਸਟ ਨੂੰ ਫਿਲਰ ਪਾਈਪ ਟੂਲ ਪੋਸਟ ਵੀ ਕਹਿੰਦੇ ਹਨ। ਇਹ ਚੱਕਰਕਾਰ ਟੂਲ ਪੋਸਟ ਬਾਡੀ ਅਤੇ ਟੂਲ ਹੋਲਡਰ ਨੂੰ ਫੜਨ ਦੇ ਲਈ ਇੱਕ ਸਾਂਚੇ ਮਤਲਬ ਪਿਲਰ ਟਾਈਪ ਬਣਿਆ ਹੁੰਦਾ ਹੈ। ਇਸ ਤਰ੍ਹਾਂ ਇਹ ਤੁਸੀਂ ਦੇਖ ਰਹੇ ਹੋ, ਪਿਲਰ ਬਣਿਆ ਹੋਇਆ ਇੱਕ ਤਰ੍ਹਾਂ। ਪਿਲਰ ਦੇ ਵਿੱਚ ਤੁਹਾਡਾ ਟੂਲ ਫੜਿਆ, ਸਿਰਫ ਇੱਕ ਹੀ ਟੂਲ ਫੜਿਆ ਜਾਂਦਾ ਇਹਦੇ ਵਿੱਚ, ਜੋ ਕਿ ਰਿੰਗ ਬੇਸ ਤੇ ਰੌਕਰ ਆਦਿ ਦੀ ਸਹਾਇਤਾ ਨਾਲ ਇਹਨੂੰ ਆਪਾਂ ਉੱਪਰ ਨੀਚੇ ਕਰ ਸਕਦੇ ਹਾਂ। ਉੱਪਰੋਂ ਟਾਈਟ ਹੋ ਕੇ ਜਿਹੜਾ ਸਾਡਾ ਟੂਲ ਆ ਉਹ ਟਾਈਟ ਹੋ ਜਾਊ। ਜੇ ਇਹਦੀ ਆਪਾਂ ਨੂੰ ਮੂਵਮੈਂਟ ਉੱਪਰ ਕਰਨੀ ਹੈ ਤਾਂ ਰੌਕਰ ਆਦਿ ਦੀ ਮਦਦ ਨਾਲ ਆਪਾਂ ਉੱਪਰ ਨੂੰ ਕਰਕੇ ਉੱਪਰੋਂ ਨਾਟਾ ਟਾਈਟ ਕਰ ਦਾਂਗੇ ਤੇ ਤੁਹਾਡਾ ਟੂਲ ਆ ਫਿਕਸ ਹੋ ਜਾਊਗਾ। ਪਿਲਰ ਟਾਈਪ ਹੁਣ ਤਾਂ ਕਹਿੰਦੇ ਕਿਉਂਕਿ ਪਿਲਰ ਵਰਗਾ ਹੁੰਦਾ। ਇਸ ਟੂਲ ਬਾਕਸ ਦੀ ਅਸੈਂਬਲੀ ਵਿੱਚ ਇੱਕ ਰਿੰਗ ਆਧਾਰ ਬੇਸ ਤੇ ਰੌਕਰ ਆਰਮ ਦੇ ਔਜ਼ਾਰ ਨੂੰ ਕਲੰਪ ਕਰਨ ਵਾਲੇ ਨਟ ਨਾਲ ਜੁੜਿਆ ਹੁੰਦਾ ਹੈ। ਇਹ ਟੂਲ ਪੋਸਟ ਵਿੱਚ ਟੂਲ ਦੇ ਸਿਰੇ ਨੂੰ ਉੱਚਾ ਨੀਚਾ ਬੰਨਿਆ ਜਾ ਸਕਦਾ ਹੈ। ਇਸ ਨੂੰ ਹਲਕੇ ਕੰਮਾਂ ਲਈ ਵਰਤਿਆ ਜਾਂਦਾ। ਇੱਕ ਗੱਲ ਯਾਦ ਰੱਖਣੀ ਹੈ, ਸਿਰਫ ਹਲਕੇ ਕੰਮਾਂ ਲਈ ਵਰਤਿਆ ਜਾਂਦਾ, ਠੀਕ ਹੈ। ਜੇ ਇਹਦੀ ਤੁਹਾਨੂੰ ਪਹਿਲਾਂ ਦੱਸਿਆ, ਜਿਹਦੀ ਹਾਈਟ ਐਡਜਸਟ ਕਰਨੀ ਹੈ ਤਾਂ ਉਹ ਰੌਕਰ ਆਰਮ ਅਤੇ ਰਿੰਗ ਬੇਸ ਨਾਲ ਐਡਜਸਟ ਕੀਤੀ ਜਾ ਸਕਦੀ ਹੈ। ਦੂਜਾ ਇਹਦਾ ਇੰਡੈਕਸਿੰਗ ਟਾਈਪ ਟੂਲ ਪੋਸਟ। ਇੰਡੈਕਸਿੰਗ ਟਾਈਪ ਇਸ ਕਿਸਮ 'ਚ ਕੀ ਹੁੰਦਾ,
ਇਸ 'ਚ 4 ਟੂਲ ਕਸੇ ਜਾਂਦੇ ਨੇ, ਠੀਕ ਹੈ। ਇੱਕੋ ਟਾਈਮ 4 ਟੂਲ ਕਸੇ ਜਾਂਦੇ ਨੇ ਤੇ ਉਹਨੂੰ ਆਪਾਂ ਟੂਲ ਪੋਸਟ ਨੂੰ ਲੀਵਰ ਨਾਲ ਖੋਲ ਕੇ, ਠੀਕ ਹੈ, ਜਿਹੜਾ ਟੂਲ ਆਪਾਂ ਨੂੰ ਵਾਰ-ਵਾਰ ਵਰਤਣਾ ਹੁੰਦਾ ਉਹ ਆਪਾਂ ਯੂਜ਼ ਕਰ ਸਕਦੇ ਹਾਂ। ਕਿਸ ਤਰ੍ਹਾਂ? ਇਹ ਬੜਾ ਆਮ ਤੌਰ 'ਤੇ ਦੇਖਿਆ ਹੋਣਾ ਲੇਖ ਦੇ ਵਿੱਚ ਇਸ ਤਰ੍ਹਾਂ ਦਾ ਹੀ ਟੂਲ ਪੋਸਟ ਲੱਗਿਆ ਹੁੰਦਾ। ਇਹਦੇ 4 ਟੂਲ ਕਸੇ ਹੁੰਦੇ, ਦੇਖੋ ਇੱਕ ਇਹ ਕਸਿਆ ਹੋਇਆ, ਇੱਕ ਇਹ ਹੋ ਗਿਆ, ਇੱਕ ਇਹ ਹੋ ਗਿਆ, ਇੱਕ ਚੌਥਾ ਜਿਹੜਾ ਦੂਜੀ ਸਾਈਡ ਨਹੀਂ ਦਿਖ ਰਿਹਾ। ਤਾਂ ਜਿਹੜਾ ਟਰਟ ਲੌਕ ਹੈ ਇਹਨੂੰ ਖੋਲ੍ਹ ਕੇ ਆਪਾਂ ਇਹ ਥੋੜ੍ਹਾ ਰੋਟੇਟ ਹੋ ਜਾਊਗਾ, ਆਹ ਟੂਲ ਇੱਥੇ ਆ ਜਾਊਗਾ, ਠੀਕ ਹੈ। ਉਸ ਤੋਂ ਫਿਰ ਟਾਈਟ ਕਰ ਦਾਂਗੇ ਤਾਂ ਤੁਸੀਂ ਜਿਹੜਾ ਮਰਜ਼ੀ ਟੂਲ ਆ ਉਹ ਵਰਤ ਸਕਦੇ ਹੋ 4 ਟੂਲਾਂ 'ਚੋਂ। ਤਾਂ ਇਹਦੇ ਐਡਵਾਂਟੇਜ ਇਹ ਨੇ, ਇੰਡੈਕਸਿੰਗ ਟਾਈਪ ਦੇ ਭਿੰਨ ਕੰਮਾਂ ਦੇ ਅਨੁਸਾਰ ਟੂਲ ਨੂੰ ਵਾਰ-ਵਾਰ ਸੈੱਟ ਨਹੀਂ ਕਰਨਾ ਪੈਂਦਾ, ਠੀਕ ਹੈ, ਕਿਉਂਕਿ 4 ਟੂਲ ਆਪਾਂ ਇਕੱਠੇ ਹੀ ਇੱਕ ਵਾਰ ਫਿੱਟ ਕਰ ਦਿੰਦੇ ਹਾਂ। ਸਾਰੇ ਟੂਲ ਆਮ ਤੌਰ 'ਤੇ ਟੂਲ ਪੋਸਟ ਵਿੱਚ ਇੱਕ ਤੋਂ ਜ਼ਿਆਦਾ ਬੋਲਟ ਵਿੱਚ ਦੁਆਰਾ ਫੜੇ ਜਾਂਦੇ ਹਨ, ਤਾਂ ਇਹਨਾਂ ਵਿੱਚ ਦ੍ਰਿੜਤਾ ਜ਼ਿਆਦਾ ਹੁੰਦੀ ਹੈ, ਕਿਉਂਕਿ ਦੇਖੋ ਟੂਲ 3 ਬੋਲਟ ਲੱਗੇ ਹੋਏ ਨੇ ਇੱਕ ਟੂਲ ਨੂੰ, ਤਾਂ ਇਹ ਜ਼ਿਆਦਾ ਮਜ਼ਬੂਤ ਰਹਿੰਦਾ। ਉਹਦੇ ਵਿੱਚ ਸਿਰਫ ਇੱਕ ਬੋਲਟ ਲੱਗਿਆ ਹੋਇਆ ਸੀ ਤਾਂ ਉਹ ਜ਼ਿਆਦਾ ਮਜ਼ਬੂਤ ਨਹੀਂ ਰਹਿੰਦਾ, ਸਥਿਰ ਨਹੀਂ ਰਹਿੰਦਾ, ਠੀਕ ਹੈ, ਮਜ਼ਬੂਤ ਹੁੰਦੇ ਨੇ। ਤੇ ਨੁਕਸਾਨ ਕਿੰਨੇ ਦੇ? ਇੱਕ ਤਾਂ ਔਜ਼ਾਰਾਂ ਨੂੰ ਸੈੱਟ ਕਰਨ ਦੇ ਲਈ ਹੁਨਰ ਦੀ ਜ਼ਰੂਰਤ ਪੈਂਦੀ ਹੈ, ਸਕਿੱਲ ਬੰਦਾ ਹੀ ਟੂਲ ਸੈੱਟ ਕਰ ਸਕਦਾ, ਠੀਕ ਹੈ, ਆਮ ਬੰਦਾ ਨਹੀਂ ਕਰ ਸਕਦਾ। ਦੂਜਾ, ਕੇਂਦਰ ਉਚਾਈ ਦੇ ਔਜ਼ਾਰ ਨੂੰ ਸੈੱਟ ਕਰਨ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ, ਕਿਉਂਕਿ 4 ਟੂਲ ਸੈੱਟ ਕਰਨੇ ਆ, ਬਾਕੀ ਹਰੇਕ ਲੰਬਾਈ ਉੱਪਰ ਹਾਈਟ 'ਤੇ ਸੈੱਟ ਕਰਨਾ ਤਾਂ ਸਮਾਂ ਕਾਫੀ ਇਹ 'ਚ ਲੱਗਦਾ। ਜੇ ਐਡਵਾਂਟੇਜ ਨੇ ਤਾਂ ਡਿਸਐਡਵਾਂਟੇਜ ਵੀ ਹੈਗੇ ਨੇ। ਉਸ ਤੋਂ ਬਾਅਦ ਗੱਲ ਕਰਦੇ ਆਪਾਂ ਟੇਲ ਸਟਾਕ ਦੀ, ਜਿਹੜਾ ਕਿ ਤੁਹਾਡੇ ਸੱਜੇ ਪਾਸੇ ਹੁੰਦਾ। ਇਸ ਤਰ੍ਹਾਂ ਦਾ ਹੁੰਦਾ ਟੇਲ ਸਟਾਕ ਸੱਜੇ ਪਾਸੇ। ਇਹਦੇ ਇੱਕ ਸੈਂਟਰ ਲੱਗਿਆ ਹੁੰਦਾ, ਜਿਹੜੇ ਆਪਾਂ ਦੁਬਾਰੇ ਅੱਗੇ ਡਿਟੇਲ ਵਿੱਚ ਕਰਨਾ। ਡੈੱਡ ਸੈਂਟਰ ਤੇ ਲਾਈਵ ਸੈਂਟਰ 2 ਸੈਂਟਰ ਹੁੰਦੇ ਆ। ਲਾਈਵ ਘੁੰਮਦਾ ਰਹਿੰਦਾ, ਡੈੱਡ ਹਮੇਸ਼ਾ ਖੜਾ ਰਹਿੰਦਾ, ਠੀਕ ਹੈ। ਇੱਕ ਗੱਲ ਧਿਆਨ ਦੱਸਾਂ, ਜਿਹੜੀ ਇਹਦੀ ਐਕਸਿਸ ਹੈਗੀ ਉਹ ਥੋੜੀ ਚੱਕ ਦੀ ਐਕਸਿਸ ਨਾਲ ਮੈਚ ਕਰਦੀ ਹੁੰਦੀ ਹੈ ਹਮੇਸ਼ਾ। ਟੇਲ ਸਟਾਕ ਦਾ ਕੰਮ ਕੀ ਹੁੰਦਾ? ਮੰਨ ਲਓ ਇੱਕ ਰਾਊਂਡ ਰੌਡ ਆ ਗਈ ਜਿਹੜੀ ਚੱਕ 'ਚ ਫੜੀ ਹੋਈ ਹੈ, ਅਗਰ ਦੂਜੀ ਸਾਈਡ ਤੋਂ ਲੰਮੀ ਹੈਗੀ ਫ੍ਰੀ ਛੱਡ ਦਾਂਗੇ ਤਾਂ ਉਹ ਇੱਕ ਹੋਰ ਹੀ ਸ਼ੇਪ ਬਣਾ ਲੂਗੀ, ਸਥਿਰ ਨਹੀਂ ਰਹਿੰਦੀ। ਤਾਂ ਉਹਦੀ ਦੂਜੀ ਸਾਈਡ ਆਪਾਂ ਜਿਹੜਾ ਹੈਗਾ ਰੌਡ ਦਾ ਉਹ ਆਪਾਂ ਟੇਲ ਸਟਾਕ ਦੇ ਸੈਂਟਰ ਨਾਲ ਲਾ ਦਿੰਦੇ ਹਾਂ। ਜੋ ਟੇਲ ਸਟਾਕ ਦੇ ਸੈਂਟਰ ਨਾਲ ਲੱਗ ਗਿਆ ਤਾਂ ਰੌਡ ਬਿਲਕੁਲ ਸਿੱਧੀ ਰਹਿੰਦੀ ਹੈ, ਠੀਕ ਹੈ, ਸਿੱਧੀ ਘੁੰਮਦੀ ਹੈ, ਸਿੱਧੀ ਰਹਿੰਦੀ ਹੈ। ਤਾਂ ਟੇਲ ਸਟਾਕ ਦਾ ਕੰਮ ਕੀ ਹੁੰਦਾ? ਬੇਸਿਕਲੀ ਇੱਕ ਰੌਡ ਨੂੰ ਸਪੋਰਟ ਕਰਦਾ ਗਾ, ਤਾਂ ਜੋ ਉਹਦੀ ਟਰਨਿੰਗ ਆਸਾਨੀ ਨਾਲ ਹੋ ਸਕੇ, ਲੰਮੀ ਰੌਡ ਨੂੰ ਸਪੋਰਟ ਕਰਦਾ ਗਾ। ਦੂਸਰਾ ਕੰਮ ਇਹਦਾ ਹੁੰਦਾ ਡਰਿੱਲ ਨੂੰ, ਜੇ ਤੁਸੀਂ ਡਰਿਲਿੰਗ ਕਰਨੀ ਹੈ ਉਹ ਡਰਿੱਲ ਜਿਹੜਾ ਟੂਲ ਹੈ, ਜਾਂ ਰੀਮਿੰਗ ਕਰਨੀ ਹੈ ਰੀਮਰ ਟੂਲ ਹੈ, ਜਾਂ ਬੋਰਿੰਗ ਕਰਨੀ ਹੈ ਬੋਰਿੰਗ ਟੂਲ ਹੈ, ਉਹ ਸਾਰੇ ਟੇਲ ਸਟਾਕ ਦੇ ਵਿੱਚ ਐਂਟਰੀ ਹੁੰਦੀ ਹੈ, ਟੇਲ ਸਟਾਕ 'ਚ ਫੜੇ ਜਾਂਦੇ ਨੇ। ਚੱਕ ਦੇ ਵਿੱਚ ਇਹਦੀ ਜੌਬ ਰਹਿੰਦੀ ਹੈ। ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਗਾ ਵੀ ਡਰਿਲਿੰਗ ਕਰਨੀ ਹੈ ਜਾਂ ਰੀਮਿੰਗ ਕਰਨੀ ਆ, ਉਹ ਟੂਲ ਥੋੜਾ ਖੜਾ ਰਹੂਗਾ, ਜੌਬ ਘੁੰਮੂਗੀ ਲੇਥ ਦੇ ਉੱਪਰ। ਤਾਂ ਟੇਲ ਸਟਾਕ ਖਰਾਦ ਦਾ ਇੱਕ ਅਜਿਹਾ ਪੁਰਜਾ ਹੈ ਜੋ ਆਧਾਰ ਦੇ ਬੈੱਡ 'ਤੇ ਕਰਨ ਵਾਲੀ ਇੱਕ ਇਕਾਈ ਹੁੰਦੀ ਹੈ। ਇਹ ਆਧਾਰ ਦੀ ਬਾਡੀ ਤੋਂ ਮਿਲ ਕੇ ਬਣਿਆ ਹੁੰਦਾ ਹੈ। ਟੇਲ ਸਟਾਕ ਦਾ ਆਧਾਰ ਖਾਂਚੇਦਾਰ ਹੁੰਦਾ ਹੈ ਜੋ ਆਧਾਰ ਦੇ ਅੱਗੇ ਪਿੱਛੇ ਕਾਫੀ ਆਸਾਨੀ ਨਾਲ ਸਲਾਈਡ ਕਰ ਸਕਦਾ ਹੈ, ਕਿਉਂਕਿ ਇਹਦੇ ਵਿੱਚ ਵੀ 20 ਸਲੋਟ ਕੱਟੇ ਹੁੰਦੇ ਨੇ, ਠੀਕ ਹੈ, ਜਾਂ ਫਲੈਟ ਹੁੰਦੇ ਨੇ। ਇੱਕ ਸਾਈਡ ਫਲੈਟ ਹੁੰਦਾ, ਇੱਕ ਸਾਈਡ 20 ਹੁੰਦਾ, ਤੇ ਬੈੱਡ ਦੇ ਜਿਹੜੇ ਬੇਸ ਬਣੇ ਨੇ ਉਹਦੇ ਉੱਤੇ ਇਹ ਸਲਾਈਡ ਕਰਦਾ ਰਹਿੰਦਾ। ਟੇਲ ਸਟਾਕ ਦੀ ਬਾਡੀ ਨੂੰ ਆਧਾਰ 'ਤੇ ਐਡਜਸਟ ਕੀਤਾ ਜਾਂਦਾ ਹੈ। ਬੈੱਡ ਦੇ ਪਿਛਲੇ ਭਾਗ ਦੇ ਅੰਸ਼ 'ਤੇ ਨਿਸ਼ਾਨ ਅੰਕਿਤ ਹੁੰਦੇ ਹਨ ਅਤੇ ਰੇਖਾਵਾਂ ਆਪਸ ਵਿੱਚ ਮਿਲਦੀਆਂ ਹਨ। ਟੇਲ ਸਟਾਕ ਦੇ ਹੈੱਡ ਸਟਾਕ ਦੇ ਅਕਸ਼ ਮਤਲਬ ਐਕਸਿਸ ਜਿਹੜੀ ਉਹ ਹਮੇਸ਼ਾ ਇੱਕ ਰੇਖਾ ਵਿੱਚ ਹੁੰਦੇ ਹਨ। ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਚੱਕ ਦੀ ਸੈਂਟਰ ਦੀ ਰੇਖਾ ਤੇ ਟੇਲ ਸਟਾਕ ਦੀ ਐਕਸਿਸ ਜਿਹੜੀ ਉਹ ਸੇਮ ਹੁੰਦੀ ਹੈ। ਟੇਲ ਸਟਾਕ ਦੀ ਬਾਡੀ ਦੇ ਆਧਾਰ ਵੀ ਇਹਦੀ ਜਿਹੜੀ ਬਾਡੀ ਉਹ ਵੀ ਕਾਸਟ ਆਇਰਨ ਮਤਲਬ ਟਾਮੇ ਲੋਹੇ ਦੀ ਬਣੀ ਹੁੰਦੀ ਹੈ। ਇਹ ਸਾਰੇ ਟੇਲ ਸਟਾਕ ਦੇ ਪਾਰਟ ਨੇ। ਬੇਸ ਹੋ ਗਿਆ ਉਹਦੀ ਬਾਡੀ, ਸਪਿੰਡਲ ਲੌਕਿੰਗ, ਆਪਰੇਟਿੰਗ ਸਕਰੂ ਰੌਡ, ਸੈਂਟਰ 2 ਤਰ੍ਹਾਂ ਦੇ ਹੁੰਦੇ ਨੇ, ਡੈੱਡ ਤੇ ਲਾਈਵ। ਡੈੱਡ ਜਿਹੜਾ ਖੜਾ ਰਹਿੰਦਾ, ਲਾਈਵ ਜਿਹੜਾ ਨਾਲ ਹੁੰਦੇ ਜੌਬ ਦੇ ਨਾਲ ਘੁੰਮੀ ਜਾਂਦਾ। ਆਪਰੇਟਿੰਗ ਨਟ, ਟੇਲ ਸਟਾਕ ਹੈਂਡ ਵੀਲ, ਲੀਵਰ, ਐਡਜਸਟੇਬਲ ਸਕਰੂ, ਇਹ ਸਾਰੇ ਟੇਲ ਸਟਾਕ ਦੇ ਪਾਰਟ ਨੇ। ਤਾਂ ਟੇਲ ਸਟਾਕ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? ਲੇਥ ਤੇ ਆਪਰੇਸ਼ਨ ਕਰਦੇ ਸਮੇਂ ਜੌਬ ਨੂੰ ਸਹਾਰਾ ਦੇਣ ਲਈ ਡੈੱਡ ਸੈਂਟਰ ਲਗਾਉਣ ਦੇ ਲਈ ਟੇਲ ਸਟਾਕ ਦਾ ਪ੍ਰਯੋਗ ਕੀਤਾ ਜਾਂਦਾ ਹੈ। ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ, ਜਿਵੇਂ ਰੌਡ ਆ ਗਈ ਲੰਬੀ ਹੈਗੀ, ਉਹਨੂੰ ਦੂਜੀ ਸਾਈਡ ਤੋਂ ਸਹਾਰਾ ਦੇਣਾ, ਤਾਂ ਆਪਾਂ ਡੈੱਡ ਸੈਂਟਰ ਜਾਂ ਲਾਈਵ ਸੈਂਟਰ ਦੋਨੇ ਵਰਤ ਕੇ ਇਹ ਵਾਲਾ ਡੈੱਡ ਸੈਂਟਰ ਹੁੰਦਾ ਵਾਲਾ ਉਹਦਾ ਪ੍ਰਯੋਗ ਕੀਤਾ ਜਾਂਦਾ। ਟੇਪਰ ਸ਼ੈਂਕ ਵਾਲੇ ਡਰਿੱਲ, ਰੀਮਰ ਡਰਿੱਲ ਵਰਗੇ ਔਜ਼ਾਰਾਂ ਨੂੰ ਲਗਾਉਣ ਦੇ ਲਈ ਵੀ ਟੇਲ ਸਟਾਕ ਦਾ ਇਸਤੇਮਾਲ ਕੀਤਾ ਜਾਂਦਾ। ਠੀਕ ਹੈ ਜੀ, ਜੇ ਤੁਹਾਨੂੰ ਡਰਿੱਲ ਕਰਨੀ ਹੈ, ਡਰਿੱਲ ਟੂਲ ਹੈ, ਰੀਮਰ ਹੈ, ਉਹ ਵੀ ਸਾਰਾ
ਤੁਹਾਡੇ ਟੇਲ ਸਟਾਕ ਦੇ ਵਿੱਚ ਹੀ ਫੜੇ ਜਾਂਦੇ ਨੇ। ਬਾਹਰੀ ਟੇਪਰ ਟਰਨਿੰਗ ਦੇ ਲਈ ਆਫਸੈਟ ਵਿਧੀ ਵਿੱਚ ਵੀ ਟੇਲ ਸਟਾਕ ਦਾ ਪ੍ਰਯੋਗ ਕੀਤਾ ਜਾਂਦਾ ਹੈ। ਤੁਸੀਂ ਆਫਸੈਟ ਟਰਨਿੰਗ ਕਰਨੀ ਹੈ, ਮਤਲਬ ਟੇਪਰ ਟਰਨਿੰਗ ਕਰਨੀ ਹੈ, ਤਾਂ ਵੀ ਤੁਹਾਡਾ ਟੇਲ ਸਟਾਕ ਦੀ ਵਰਤੋਂ ਕੀਤੀ ਜਾਂਦੀ ਹੈ ਆਫਸੈਟ ਵਿਧੀ ਰਾਹੀਂ। ਆਫਸੈਟ ਵਿਧੀ ਮਤਲਬ ਥੋੜਾ ਜਿਹਾ ਡਰਿਲ ਦਾ ਸੈਂਟਰ ਹੈਗਾ ਉਹਦੀ ਐਕਸਿਸ ਚੇਂਜ ਕਰ ਦਿੰਦੇ ਆਪਾਂ ਤੇ ਆਫਸੈਟ ਹੋ ਜਾਂਦੀ ਹੈ, ਤਾਂ ਟੇਪਰ ਟਰਨਿੰਗ ਲਈ ਵਰਤਿਆ ਜਾਂਦਾ। ਫਿਰ ਆ ਜਾਂਦਾ ਸਪਿੰਡਲ। ਸਪਿੰਡਲ ਕੀ ਹੁੰਦਾ? ਜਿਹੜਾ ਹੈਡ ਸਟਾਕ ਦੇ ਵਿੱਚੋਂ ਨਿਕਲਦਾ ਐਂਡ ਦੇ ਉੱਪਰ, ਜਿਹਦੇ ਉੱਪਰ ਚੱਕ ਕਸਿਆ ਹੁੰਦਾ। ਸਪਿੰਡਲ ਦੇ ਉੱਪਰ ਬੈਕ ਪਲੇਟ ਲੱਗੀ ਹੁੰਦੀ ਹੈ, ਬੈਕ ਪਲੇਟ ਦੇ ਉੱਤੇ ਚੱਕ ਕਸ ਲੈਂਦੇ ਆਪਾਂ। ਖਰਾਦ ਮਸ਼ੀਨ ਤੇ ਕੋਈ ਵੀ ਪ੍ਰਕਿਰਿਆ ਕਰਦੇ ਸਮੇਂ ਜੌਬ ਨੂੰ ਪਕੜਨ ਦੇ ਲਈ ਹੈਡ ਸਟਾਕ ਵਿੱਚ ਇੱਕ ਮੁੱਖ ਸਪਿੰਡਲ ਲੱਗਿਆ ਹੁੰਦਾ ਹੈ, ਜਿਸ ਦਾ ਮੁੱਖ ਪ੍ਰਯੋਗ ਜੌਬ ਨੂੰ ਫੜਨ ਅਤੇ ਘੁਮਾਉਣ ਲਈ ਕੀਤਾ ਜਾਂਦਾ ਹੈ। ਠੀਕ ਹੈ। ਕਿਸੇ ਰੋਡ ਨੂੰ ਸਹਾਰਾ ਦੇਣ ਤੇ ਭਾਰ ਨੂੰ ਘੱਟ ਕਰਨ ਲਈ ਮੁੱਖ ਸਪਿੰਡਲ ਨੂੰ ਖੋਖਲਾ ਬਣਾਇਆ ਜਾਂਦਾ ਹੈ। ਇਸ ਨੂੰ ਕਠੋਰ ਆਕਰਸ਼ਿਤ ਅਤੇ ਉੱਚੇ ਫਿਨਿਸ਼ਿੰਗ ਆਮ ਤੌਰ ਤੇ ਆਧਾਰ ਬੈਡਵੇਜ਼ ਦੇ ਨਾਲ ਸਮਾਨਾਂਤਰ ਹੁੰਦਾ ਹੈ। ਮਸ਼ੀਨ ਦੇ ਅੰਦਰ ਮੁੱਖ ਸਪਿੰਡਲ ਨੂੰ ਰਗੜ ਰਹਿਤ ਬਣਾਉਣ ਦੇ ਲਈ ਆਮ ਤੌਰ ਤੇ ਬਾਲ ਅਤੇ ਰੋਲਰ ਬੇਅਰਿੰਗ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਜੋ ਰਗੜ ਨਾ ਹੋਵੇ। ਇਹਨੂੰ ਬੈਰਿੰਗ ਦੇ ਵਿੱਚ ਫਿੱਟ ਕੀਤਾ ਹੁੰਦਾ ਤਾਂ ਜੋ ਰਗੜ ਜਿਹੜੀ ਉਹ ਘਟ ਸਕੇ। ਇਸ ਦੇ ਵਿੱਚ ਮੋਰ ਸਟੇਪਰ ਜਿਹੜਾ ਰੱਖਿਆ ਜਾਂਦਾ, ਇਹਦੀ ਸੁਰਾਖ ਵਿੱਚ ਮੋਰ ਸਟੇਪਰ ਰੱਖਿਆ ਜਾਂਦਾ। ਹੁਣ ਸਪਿੰਡਲ ਦੀਆਂ ਕਿਸਮਾਂ, 3 ਤਰ੍ਹਾਂ ਦੇ ਸਪਿੰਡਲ ਹੁੰਦੇ ਆ। ਹੈਡ ਸਟਾਕ ਬਕਸੇ ਦੇ ਬਾਹਰ ਨਿਕਲੇ ਮੁੱਖ ਸਪਿੰਡਲ ਨੂੰ ਸਪਿੰਡਲ ਨੂਜ਼ ਕਹਿੰਦੇ ਹਨ, ਜਿਸ ਦੇ ਮੁੱਖ ਆਮ ਤੌਰ 3 ਤਰ੍ਹਾਂ ਦੇ ਹੁੰਦੇ ਹਨ। ਇੱਕ ਹੁੰਦਾ ਥ੍ਰੈਡਡ, ਚੂੜੀ ਕੱਟੇ ਵਾਲਾ। ਇਸ ਦੇ ਉੱਪਰ ਤੁਸੀਂ ਬੈਕ ਪਲੇਟ ਆੜੀ ਉਹ ਥੋੜੀ, ਜਿਵੇਂ ਲਿਖਿਆ ਚੱਕ ਬੈਕ ਪਲੇਟ, ਇਹ ਉੱਪਰ ਕਸੀ ਜਾਂਦੀ ਹੈ ਤੇ ਇਹਦੇ ਵਿੱਚ ਕੀ ਵੀ ਪੈਂਦੀ, ਧਿਆਨ ਰੱਖੋ। ਦੇਖੋ ਕੀ ਵੀ ਪੈਂਦੀ ਹੈ ਤਾਂ ਜੋ ਰੋਟੇਸ਼ਨਲ ਮੂਵਮੈਂਟ ਆ ਜਿਹੜੀ ਇਹ ਘੁੰਮੇ ਨਾ, ਚੂੜੀ ਪੁੱਠੇ ਚੱਕਰ ਜੋ ਲੇਸ ਘੁਮਾਉਂਦੇ ਆਪਾਂ, ਚੂੜੀ ਖੁੱਲੇ ਨਾ, ਉਸ ਦੇ ਲਈ ਇਹਦੇ ਵਿੱਚ ਕੀ ਵੀ ਪਾਈ ਜਾਂਦੀ ਹੈ ਇੱਕ। ਠੀਕ ਹੈ। ਬੈਕ ਪਲੇਟ ਦੇ ਉੱਪਰ ਆਪਾਂ ਚੱਕ, ਬੈਕ ਪਲੇਟ ਦੇ ਉੱਪਰ ਆਪਾਂ ਚੱਕ ਕੱਸਦੇ ਹਾਂ। ਇਹ ਥ੍ਰੈਡ ਚੂੜੀ ਵਾਲਾ ਹੁੰਦਾ। ਉਸੇ ਤਰ੍ਹਾਂ ਹੀ ਲੌਂਗ ਟੇਪਰ ਸਪਿੰਡਲ ਨੋਜ਼ ਹੁੰਦੇ ਆ, ਟੇਪਰ ਵੀ ਹੁੰਦੇ ਨੇ, ਲੌਂਗ ਸਪਿੰਡਲ ਵੀ ਹੁੰਦੇ ਨੇ, ਮਤਲਬ ਲੌਂਗ ਟੇਪਰ ਹੁੰਦੀ ਹੈ ਤੇ ਸ਼ਾਰਟ ਟੇਪਰ ਵੀ ਹੁੰਦੇ ਨੇ। 3 ਤਰ੍ਹਾਂ ਦੇ ਜਿਹੜੇ ਹੈਗੇ ਆ ਇਹ ਸਪਿੰਡਲ ਤੁਹਾਡੇ ਉਹ ਵਰਤੇ ਜਾਂਦੇ ਆ। ਇਸ ਵੀਡੀਓ 'ਚ ਇੰਨਾ ਸੀ। ਅਗਲੀ ਵੀਡੀਓ ਵਿੱਚ ਆਪਾਂ ਲੇਥ ਐਸੈਸਰੀਜ਼ ਬਾਰੇ ਪੜ੍ਹਾਂਗੇ। ਠੀਕ ਹੈ, ਜੋ ਕਿ ਆਪਾਂ ਸਿਲੇਬਸ ਦੇ ਅਕੋਰਡਿੰਗ ਚੱਲ ਰਹੇ ਹਾਂ, ਤਾਂ ਅਗਲੀ ਵੀਡੀਓ 'ਚ ਆਪਾਂ ਲੇਥ ਐਸੈਸਰੀ ਬਾਰੇ ਪੜ੍ਹਾਂਗੇ।